प्रेज द लॉर्ड। ਹਾਲੇਲੂਇਆ। ਸਭ ਕੁਝ ਜੈ ਮਸੀਹ ਕੀ। ਖੁਦਾ ਦਾ ਸ਼ੁਕਰ ਕਰਦੇ ਹਾਂ, ਉਹਦੀ ਦਇਆ, ਉਹਦੀ ਮੁਹੱਬਤ, ਉਹਦੇ ਵੱਡੇ ਫਜ਼ਲ ਦੇ ਲਈ ਜੋ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਫਿਰ ਇੱਕ ਸ਼ਾਮ ਦਿੱਤੀ ਹੈ ਕਿ ਅਸੀਂ ਉਹਦੇ ਵਚਨਾਂ ਨੂੰ ਸਿੱਖ ਸਕੀਏ। ਔਰ ਅਸੀਂ ਧੰਨਵਾਦ ਕਰਦੇ ਹਾਂ ਉਹਦੇ ਵਚਨਾਂ ਦੇ ਲਈ ਵੀ ਜਿਨ੍ਹਾਂ ਦੇ ਵਿੱਚ ਜ਼ਿੰਦਗੀ ਹੈ। ਔਰ ਇਹੀ ਵਚਨ ਆ ਜਿਹੜੇ ਸਾਨੂੰ ਖੁਦਾਵੰਦ ਖੁਦਾ ਦੀਆਂ ਆਦਤਾਂ ਤੋਂ ਵਾਕਫ ਕਰਾਉਂਦੇ ਆ। ਇਹ ਵਚਨ ਜਿਹੜੇ ਖੁਦਾ ਦੇ ਗੁਣਾਂ ਨੂੰ ਪ੍ਰਗਟ ਕਰਦੇ ਆ। ਔਰ ਇਹ ਵਚਨ ਜਿਹੜੇ ਇਨਸਾਨ ਦੇ ਲਈ ਜ਼ਿੰਦਗੀ ਆ। ਇਹਨਾਂ ਵਚਨਾਂ ਦੇ ਲਈ ਮੈਂ ਖੁਦਾ ਦਾ ਬੜਾ ਧੰਨਵਾਦ ਕਰਦਾ। ਸੋ ਇਸ ਤੋਂ ਪਹਿਲਾਂ ਕਿ ਅਸੀਂ ਵਚਨ ਨੂੰ ਸਿੱਖੀਏ, ਜਿਹੜਾ ਸਾਡਾ ਅੱਜ ਦਾ ਸਬਜੈਕਟ ਹੈ, ਇੱਕ ਮਸੀਹ ਦੇ ਵਿੱਚ ਸਾਡੇ ਪਿਆਰੇ ਵੀਰ ਜੀ ਨੇ, ਪੰਕਜ ਪੰਕੂ ਜੀ, ਇਹ ਤਕਰੀਬਨ ਕਮੈਂਟ ਕਰਦੇ ਆ ਜਿੱਦਣ ਦਾ ਮਸਲਾ ਜਿਹਾ ਥੋੜਾ ਪੰਜਾਬ ਦਾ ਬਣਿਆ। ਔਰ ਮੈਂ ਇਹਨਾਂ ਦਾ ਕਮੈਂਟ ਪੜ੍ਹ ਕੇ ਕਲੀਸਿਆ ਦੇ ਅੱਗੇ ਰੱਖਣਾ ਚਾਹਾਂਗਾ। ਔਰ ਮੈਂ ਚਾਹਾਂਗਾ ਕਿ ਇਹਨਾਂ ਨੂੰ ਮੈਂ ਦੱਸਾਂ ਕਿ ਪ੍ਰਭੂ ਦੀ ਇੱਛਾ ਕੀ ਹੈ। ਇਹਨਾਂ ਨੇ ਲਿਖਿਆ, पास्टर जी जय मसीह की। पास्टर जी, आप हर रोज जब भी ऑनलाइन आते हो सिर्फ किसी न किसी के बारे में भला बुरा बोलने के लिए आते हो और किसी न किसी पास्टर के विरुद्ध बोलने के लिए आते हो। आपके बातें सुन के बस यही महसूस होता है कि सबको गलत ठहराना, बस आप अपने आप को महान बनाने में लगे हो। आपको सच्चा मैं तब मानूंगा जब आप जिनके बारे में यूट्यूब पर बोलते हो कभी उनके सामने खड़े होकर ये बातें करो। आपके पास जो बाइबल है उसमें सिर्फ एक दूसरे को नीचा दिखाने और अनाप शनाप बोलने के ही वचन हैं। और हैरानी की बात यही है कि आप की कलीसिया भी आपकी इन बातों से सहमत है। एक दिन की भी बात नहीं, हर रोज जब आप ऑनलाइन आते हो सिर्फ अपनी टांग ऊंची रखने के लिए, किसी को अच्छी बातें बताने नहीं आते। आपसे बेनती है कि आप अपनी और दूसरे पास्टर्स की को माड़ा भला बोलकर छवि खराब ना करो। अब बस करो और आगे के बारे में सोचो। अच्छी शिक्षा दो, सबके लिए अच्छी बातें बोला करो। नफरत फैलाने वाली शब्दावली का उपयोग ना किया करो। रब से डरो। सो आओ ਅਸੀਂ ਖੁਦਾ ਦੇ ਵਚਨ ਸਿੱਖਦੇ ਹਾਂ। ਭਾਈ ਜੀ ਹੁਣਾਂ ਦੇ ਇਸ ਮਸ਼ਵਰੇ ਨੂੰ ਅਸੀਂ ਧਿਆਨ 'ਚ ਰੱਖਾਂਗੇ। ਔਰ ਥੋੜਾ ਬਹੁਤ ਮੈਂ ਕਲੀਅਰ ਜ਼ਰੂਰ ਕਰਨਾ ਚਾਹਾਂਗਾ ਕਿ ਭਾਈ ਜੀ, ਇਹ ਸਿਰਫ ਤੁਸੀਂ ਹੋ ਜਿਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੋਈ ਅੱਛੀ ਸਿੱਖਿਆ ਲੋਕਾਂ ਨੂੰ ਨਹੀਂ ਦੇ ਰਹੇ। ਇਹ ਤੁਸੀਂ ਹੋ ਜਿਹਨਾਂ ਨੂੰ ਲੱਗਦਾ ਹੈ ਕਿ ਮੈਂ ਦੂਸਰਿਆਂ ਦੇ ਵਿਰੁੱਧ ਬੋਲਣ ਦੇ ਵਾਸਤੇ ਹੀ ਇਹ ਪ੍ਰੋਗਰਾਮ ਕਰਦਾ ਹਾਂ। ਸੋ ਮੈਂ ਨਹੀਂ ਕਹਾਂਗਾ ਕਿ ਤੁਸੀਂ ਗਲਤ ਹੋ, ਕਿਉਂਕਿ ਹਰ ਇਨਸਾਨ ਦੇ ਕੋਲੇ ਹੱਕ ਆ ਕਿ ਕਿਸ ਗੱਲ ਨੂੰ ਕਿਸ ਤਰ੍ਹਾਂ ਲੈਂਦਾ ਹੈ। ਸੋ ਤੁਹਾਡੇ ਕੋਲ ਵੀ ਇਹ ਹੱਕ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਣਾ ਹੈ। ਸੋ ਖੁਦਾ ਤੁਹਾਨੂੰ ਬੜੀ ਆਸ਼ੀਸ਼ ਔਰ ਬੜੀ ਬਰਕਤ ਦੇਵੇ। ਅਗਰ ਵਾਕਈ ਤੁਸੀਂ ਸੱਚੀ ਮੁੱਚੀ ਵਚਨ ਨੂੰ ਮੁਹੱਬਤ ਕਰਨ ਵਾਲੇ ਹੁੰਦੇ ਤੇ ਵਚਨ ਸਿੱਖਣ ਵਾਲੇ ਹੁੰਦੇ, ਤੁਹਾਡੇ ਅੰਦਰ ਵਚਨ ਨੂੰ ਸਿੱਖਣ ਵਾਲਾ ਅਗਰ ਆਤਮਾ ਹੁੰਦਾ
ਤੇ ਮੇਰੇ ਖਿਆਲ ਨਾਲ ਤੁਸੀਂ ਬਹੁਤ ਕੁਝ ਸਿੱਖ ਸਕਦੇ ਸੀ ਅਗਰ ਅਸੀਂ ਕੱਲ੍ਹ ਵਾਲੀ ਵੀਡੀਓ ਜਿਹੜੀ ਅਪਲੋਡ ਕੀਤੀ ਜਿਹਦੇ ਵਿੱਚ ਤੁਸੀਂ ਕਮੈਂਟ ਕੀਤਾ, ਅਗਰ ਉਹਨੂੰ ਵੀ ਤੁਸੀਂ ਦੁਬਾਰਾ ਸੁਣੋਗੇ ਤੇ ਸ਼ਾਇਦ ਮੈਂ ਸਮਝਦਾ ਕਿ ਅਗਰ ਦਿਲ ਲਗਾ ਕੇ ਸੁਣੋ ਤੇ ਖੁਦਾ ਉਹਦੇ ਵਿੱਚੋਂ ਤੁਹਾਨੂੰ ਬੜੀਆਂ ਆਸ਼ੀਸ਼ਾਂ ਵਾਲੀਆਂ ਗੱਲਾਂ ਸਮਝਾ ਸਕਦਾ ਹੈ। ਸੋ ਇਨਸਾਨ ਦਾ ਇੱਕ ਨੇਚਰ ਆ ਔਰ ਪਾਇਆ ਜਾਂਦਾ ਹੈ ਸੰਸਾਰ ਦੇ ਵਿੱਚ ਕਿ ਅਸੀਂ ਕਈ ਵਾਰੀ ਕਿਸੇ ਇਨਸਾਨ ਦਾ ਕੋਈ ਭਲਾ ਨਹੀਂ ਕੀਤਾ ਹੁੰਦਾ, ਨਾ ਉਹਦੇ ਕੋਈ ਹੱਕ ਦੇ ਵਿੱਚ ਕੋਈ ਜ਼ਿੰਦਗੀ 'ਚ ਕੰਮ ਕੀਤਾ ਹੁੰਦਾ, ਅਸੀਂ ਬਸ ਉਹਨੂੰ ਚੰਗੇ ਲੱਗਦੇ ਹੁੰਦੇ ਹਾਂ ਤੇ ਉਹ ਸਾਡੀ ਵਿਰੋਧਤਾ ਵੀ ਨਹੀਂ ਕਿਸੇ ਕੋਲ ਸੁਣਨੀ ਪਸੰਦ ਕਰਦਾ। ਉਹ ਜਿੱਥੇ ਵੀ ਉਹ ਇਨਸਾਨ ਖੜਾ ਹੋਵੇਗਾ ਉਹ ਸਾਡੀਆਂ ਸਿਫਤਾਂ ਹੀ ਕਰੇਗਾ। ਐਸੇ ਇਨਸਾਨ ਹੁੰਦੇ ਆ। ਮੈਂ ਐਗਜ਼ਾਮਪਲ ਦੇ ਰਿਹਾ ਕਿ ਕਈ ਵਾਰ ਅਸੀਂ ਕਿਸੇ ਦਾ ਕੋਈ ਸਵਾਰਿਆ ਨਹੀਂ ਹੁੰਦਾ, ਕਿਸੇ ਦਾ ਕੋਈ ਭਲਾ ਨਹੀਂ ਕੀਤਾ ਹੁੰਦਾ, ਕਿਸੇ ਦੇ ਹੱਕ ਵਿੱਚ ਕੁਛ ਐਸਾ ਨਹੀਂ ਕੀਤਾ ਹੁੰਦਾ, ਪਰ ਉਹਨੂੰ ਅਸੀਂ ਚੰਗੇ ਲੱਗਦੇ ਹਾਂ ਤੇ ਉਹ ਹਮੇਸ਼ਾ ਸਾਡੀ ਚੰਗਿਆਈ ਦੀਆਂ ਗੱਲਾਂ ਕਰੇਗਾ। ਦੂਸਰੇ ਪਾਸੇ ਐਸੇ ਵੀ ਲੋਕ ਹੁੰਦੇ ਆ ਜਿਨ੍ਹਾਂ ਦਾ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਭਲਾ ਨਹੀਂ ਕੀਤਾ ਹੁੰਦਾ, ਕੋਈ ਬੁਰਾ ਨਹੀਂ ਕੀਤਾ ਹੁੰਦਾ, ਉਹਨਾਂ ਦਾ ਕੋਈ ਨੁਕਸਾਨ ਵੀ ਨਹੀਂ ਕੀਤਾ ਹੁੰਦਾ, ਉਹਨਾਂ ਦੇ ਕਿਸੇ ਬਿਜ਼ਨਸ ਵਿੱਚ ਕੋਈ ਅਸੀਂ ਦਖਲਅੰਦਾਜ਼ੀ ਨਹੀਂ ਕੀਤੀ ਹੁੰਦੀ, ਪਰ ਉਹਨਾਂ ਦਾ ਇਹ ਨੇਚਰ ਆ ਵੀ ਉਹਨਾਂ ਨੇ ਸਾਡੇ ਨਾਲ ਨਫ਼ਰਤ ਹੀ ਕਰਨੀ। ਇਹ ਇਨਸਾਨ ਦਾ ਨੇਚਰ ਆ। ਇੱਕ ਉਹ ਜਿਨ੍ਹਾਂ ਦਾ ਅਸੀਂ ਕੋਈ ਚੰਗਾ ਨਹੀਂ ਕੀਤਾ ਪਰ ਫਿਰ ਵੀ ਉਹ ਲੋਕ ਮੁਹੱਬਤ ਕਰਦੇ ਰਹਿੰਦੇ ਆ, ਔਰ ਕਈਆਂ ਦਾ ਅਸੀਂ ਕੋਈ ਬੁਰਾ ਵੀ ਨਹੀਂ ਕੀਤਾ ਹੁੰਦਾ ਤੇ ਫਿਰ ਵੀ ਉਹ ਲੋਕ ਨਫ਼ਰਤ ਕਰਦੇ ਰਹਿੰਦੇ। ਸੋ ਇਹ ਹਰੇਕ ਬੰਦੇ ਦਾ ਨਜ਼ਰੀਆ, ਕਿਉਂਕਿ ਤੁਸੀਂ ਬਜਿੰਦਰ ਭਗਤ ਹੋ, ਸੋ ਤੁਹਾਨੂੰ ਸਾਡੀਆਂ ਗੱਲਾਂ ਕਦੇ ਵੀ ਚੰਗੀਆਂ ਨਹੀਂ ਲੱਗ ਸਕਦੀਆਂ, ਨਾ ਤੁਸੀਂ ਸਾਡੀਆਂ ਕਿਸੇ ਵੀ ਗੱਲਾਂ ਵਿੱਚੋਂ ਕੁਝ ਸਿੱਖ ਸਕਦੇ ਹੋ। ਤੇ ਖੁਦਾ ਤੁਹਾਨੂੰ ਸਮਝ ਦਾ ਆਤਮਾ ਦੇਵੇ ਔਰ ਕਦੇ ਕਿਸੇ ਇਨਸਾਨ ਨੂੰ ਅੱਖੋਂ ਪਰੇ ਕਰਕੇ ਜੇ ਤੁਸੀਂ ਦਿਲ ਲਗਾ ਕੇ ਵਚਨ ਨੂੰ ਸੁਣੋਗੇ ਤੇ ਮੈਂ ਸਮਝਦਾ ਤੁਸੀਂ ਬਹੁਤ ਕੁਝ ਸਿੱਖ ਸਕੋਗੇ। ਸੋ ਪਿਆਰੇ ਜੀ, ਜੋ ਆਓ ਅਸੀਂ ਵਚਨ ਵੱਲ ਵਧਦੇ ਹਾਂ, ਜਿਹੜਾ ਸਾਡਾ ਮੇਨ ਸਬਜੈਕਟ ਹੈ, ਤਾਂ ਕਿ ਉਹ ਲੋਕ ਜਿਹੜੇ ਸਿੱਖਣਾ ਚਾਹੁੰਦੇ ਆ, ਪ੍ਰਭੂ ਦਾ ਆਤਮਾ ਉਹਨਾਂ ਨੂੰ ਸਿਖਾਉਣ ਦੇ ਲਈ ਮਦਦ ਕਰੇ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅੱਜ ਉਤਪਤੀ ਦੀ ਕਿਤਾਬ ਤੋਂ ਸਿੱਖਣ ਵਾਸਤੇ ਜਾ ਰਹੇ ਹਾਂ। ਸੋ ਸਭ ਲੋਕ ਦੁਆ ਕਰਨ, ਪ੍ਰਭੂ ਆਪਣੇ ਵਚਨਾਂ ਨੂੰ ਸਾਨੂੰ ਖੋਲ ਕੇ ਦੇਵੇ ਤਾਂ ਕਿ ਇਹ ਵਚਨ ਸਾਡੇ ਲਈ ਇੱਕ ਬਰਕਤ ਔਰ ਆਸ਼ੀਸ਼ ਦਾ ਕਾਰਨ ਹੋ ਸਕਣ। उत्पत्ति की किताब 1 अध्याय की 1 आयत। आदि में परमेश्वर ने आकाश और पृथ्वी की सृष्टि की। आदि विच परमेश्वर ने आकाश ਅਤੇ ਧਰਤੀ ਦੀ ਸ੍ਰਿਸ਼ਟੀ ਕੀਤੀ। ਸੋ ਇਹ ਆਦ ਜਿਹੜਾ ਆ ਇਹ ਉਸ ਸ੍ਰਿਸ਼ਟੀ ਦੇ ਬਾਰੇ ਚ ਵਰਣਨ ਕਰ ਰਿਹਾ ਹੈ ਜਿਸ ਸ੍ਰਿਸ਼ਟੀ ਨੂੰ ਅੱਜ ਅਸੀਂ ਦੇਖਦੇ ਹਾਂ। ਇਸ ਤੋਂ ਪਹਿਲਾਂ ਵੀ ਸ੍ਰਿਸ਼ਟੀ ਸੀ, ਇਸ ਤੋਂ ਪਹਿਲਾਂ ਵੀ ਇੱਕ ਆਲਮ ਸੀ ਜਿਹਨੂੰ ਲੂਸੀਫਰ ਦੇ ਪਾਪ ਦੇ ਕਾਰਨ ਪਰਮੇਸ਼ਵਰ ਨੇ ਨਸ਼ਟ ਕੀਤਾ ਤੇ ਫਿਰ ਉਹਨੂੰ ਪਾਣੀ ਦੇ ਵਿੱਚ ਡੁਬੋ ਦਿੱਤਾ। ਤੇ ਫਿਰ ਅਸੀਂ ਜਦੋਂ ਵਚਨ ਨੂੰ ਪੜ੍ਹਦੇ ਹਾਂ ਤੇ ਫਿਰ ਸਾਡੇ ਸਾਹਮਣੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਆ ਔਰ ਉਹਨਾਂ ਗੱਲਾਂ ਨੂੰ ਅੱਜ ਅਸੀਂ ਸਿੱਖਾਂਗੇ ਕਿ ਵਚਨ ਕਿਵੇਂ ਖੋਲ ਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਾਉਂਦਾ ਆ। आदि में परमेश्वर ने आकाश और पृथ्वी की सृष्टि की। पृथ्वी बेडोल और सुनसान पड़ी थी और गहरे जल के ऊपर अंधेरा था तथा परमेश्वर का आत्मा जल के ऊपर मंडलाता था। सो एक पासे असी सृष्टि जिन्हों असी यूनीवर्सल भी कह दिंदे हैं, एक पासे असी ਇਹਦੀ ਰਚਨਾ ਨੂੰ ਦੇਖਦੇ ਹਾਂ ਔਰ ਇਹਦੀ ਰਚਨਾ ਦੇ ਵਿੱਚ ਹੀ ਸਾਡੀ ਰਚਨਾ ਵੀ ਛੁਪੀ ਹੋਈ ਹੈ ਔਰ ਇਹ ਰਚਨਾ ਅਸਲ ਵਿੱਚ ਸਾਡੀ ਰਚਨਾ ਨੂੰ ਹੀ ਪੇਸ਼ ਕਰਦੀ ਹੈ। ਇਹ ਜਿਹੜੀ ਕ੍ਰੀਏਸ਼ਨ ਹੈ ਜਿਹਨੂੰ ਪਰਮੇਸ਼ਵਰ ਨੇ ਕ੍ਰੀਏਟ ਕੀਤਾ, ਇਹ ਸਾਨੂੰ ਹੀ ਦਿਖਾਉਂਦੀ ਹੈ। ਜਿੱਦਾਂ ਅਸੀਂ ਪੜ੍ਹਦੇ ਹਾਂ ਕਿ ਆਦि में परमेश्वर ने आकाश और पृथ्वी की सृष्टि की। पृथ्वी बेडोल और सुनसान पड़ी थी। ਇਹ ਜਿਹੜਾ ਬੇਡੋਲ ਤੇ ਸੁਨਸਾਨ ਸ਼ਬਦ ਆ ਰਿਹਾ ਆ, ਇਹ ਉਸੇ ਪ੍ਰਿਥਵੀ ਦੇ ਲਈ ਹੈ
ਜਿਹੜੀ ਪ੍ਰਿਥਵੀ ਨੂੰ ਪਰਮੇਸ਼ਵਰ ਨੇ ਲੂਸੀਫਰ ਦੇ ਪਾਪ ਦੇ ਕਾਰਨ ਨਸ਼ਟ ਕੀਤਾ ਤੇ ਫਿਰ ਪਾਣੀ ਦੇ ਵਿੱਚ ਡੁਬੋ ਦਿੱਤਾ। ਇਹ ਕਿਉਂਕਿ ਹੁਣ ਪਰਮੇਸ਼ਵਰ ਨੇ ਇਹਨੂੰ ਨਾਸ਼ ਕੀਤਾ ਹੈ ਤੇ ਇਹ ਕੋਈ ਡੀਲ ਡੋਲ ਵਾਲੀ ਨਹੀਂ। ਸੋ ਇਹਦੇ ਬਾਰੇ ਦੇਖਦੇ ਹਾਂ। बेडोल और सुनसान पड़ी, गहरे जल के ऊपर अंधेरा था। ਧਰਤੀ ਪਾਣੀ ਦੇ ਵਿੱਚ ਡੁੱਬੀ ਹੈ ਤੇ ਗਹਿਰਾਈਆਂ ਤੱਕ ਗਹਿਰੇ ਜਲ ਦੇ ਉੱਤੇ ਕੀ ਹੈ ਭਲਾ? ਗਹਿਰੇ ਜਲ ਕੇ ਉੱਪਰ ਅੰਧਿਆਰਾ ਥਾ। ਜਲ ਗਹਿਰਾ ਤੇ ਉਹਦੇ ਉੱਪਰ ਕੀ ਹੈ? अंधकार ही अंधकार है। तथा परमेश्वर का आत्मा जल के ऊपर मंडलाता था। सो प्यारे जी, जो ਇਹ ਸੇਮ ਹਾਲ ਜਿਹੜਾ ਅਸੀਂ ਇੱਥੇ ਧਰਤੀ ਦਾ ਵੇਖਦੇ ਹਾਂ, ਮਸੀਹ ਦੀ ਪਹਿਚਾਣ ਤੋਂ ਪਹਿਲਾਂ ਸੇਮ ਜਿਹੜੀ ਕੰਡੀਸ਼ਨ ਹੈ ਇਹ ਸਾਡੀ ਸੀ। ਇਸ ਬੇਡੋਲ ਧਰਤੀ ਦੀ ਤਰ੍ਹਾਂ ਸਾਡਾ ਵੀ ਇਹੋ ਹਸ਼ਰ ਸੀ। ਅਸੀਂ ਵੀ ਇਸ ਧਰਤੀ ਦੀ ਤਰ੍ਹਾਂ ਪਹਿਲਾਂ ਬੇਡੋਲ ਹੀ ਸੀਗੇ। ਸਾਡੀ ਵੀ ਕੋਈ ਡੀਲ ਡੋਲ ਨਹੀਂ ਸੀ। ਜਿਵੇਂ ਲਿਖਿਆ ਕਿ ਸੁਨਸਾਨ ਪਈ ਸੀ, ਉਸੇ ਤਰ੍ਹਾਂ ਸਾਡਾ ਜੀਵਨ ਵੀ ਮਸੀਹ ਯਸੂ ਦੀ ਪਹਿਚਾਣ ਤੋਂ ਬਿਨਾਂ ਸੁਨਸਾਨ ਸੀ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ, ਸੋ ਉਸੇ ਤਰ੍ਹਾਂ ਪਰਮੇਸ਼ਵਰ ਦਾ ਆਤਮਾ ਸਾਡੇ ਲਈ ਵੀ ਇਹ ਸਭ ਕੁਝ ਕਰਦਾ ਸੀ ਤਾਂ ਕਿ ਉਹ ਆਪਣੀ ਰੌਸ਼ਨੀ ਨੂੰ ਸਾਡੇ ਉੱਤੇ ਪ੍ਰਗਟ ਕਰੇ। ਸੋ ਅਸੀਂ ਦੇਖਦੇ ਹਾਂ ਕਿ ਵਚਨ ਦੇ ਅਨੁਸਾਰ ਕਿ ਜਿਹੜੀ ਬੇਡੋਲ ਤੇ ਸੁੰਨੀ ਪਈ ਹੋਈ ਹੈ, ਪਰਮੇਸ਼ਵਰ ਦੇ ਮਨ ਦੇ ਵਿੱਚ ਆਇਆ ਇਹਨੂੰ ਡੀਲ ਡੋਲ ਵਾਲੀ ਬਣਾਈ ਜਾਵੇ। ਇਹ ਜਿਹੜੀ ਸੁਨਸਾਨ ਪਈ ਆ ਇਹਨੂੰ ਆਬਾਦ ਕੀਤਾ ਜਾਵੇ। ਔਰ 3 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਤਬ ਪਰਮੇਸ਼ਵਰ ਨੇ ਕਹਾ ਉਜਾਲਾ ਹੋ ਤੋ ਉਜਾਲਾ ਹੋ ਗਿਆ। ਜਦੋਂ ਪਰਮੇਸ਼ਵਰ ਨੇ ਕਿਹਾ ਆ ਉਦੋਂ ਉਜਾਲਾ ਹੋਇਆ ਆ। ਸੋ ਸਭ ਤੋਂ ਪਹਿਲਾਂ ਕ੍ਰੀਏਸ਼ਨ ਨੂੰ ਸਿੱਖਾਂਗੇ ਕਿ ਔਰ ਕ੍ਰੀਏਸ਼ਨ ਦਾ ਕ੍ਰੀਏਟਰ ਕੌਣ ਆ, ਫਿਰ ਉਹਦੇ ਬਾਰੇ ਸਿੱਖਾਂਗੇ। ਫਿਰ ਕੀ ਲੋੜ ਪਈ ਸੀ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋ ਜਾਵੇ। ਕੀ ਇਹ ਉਜਾਲਾ ਜਿਹੜਾ ਪਰਮੇਸ਼ਵਰ ਨੇ ਕਿਹਾ ਹੋ ਜਾਵੇ, ਕੀ ਇਸ ਉਜਾਲੇ ਦੀ ਪਰਮੇਸ਼ਵਰ ਨੂੰ ਜ਼ਰੂਰਤ ਸੀ, ਜਾਂ ਕੀ ਇਸ ਉਜਾਲੇ ਤੋਂ ਬਿਨਾਂ ਪਰਮੇਸ਼ਵਰ ਦਾ ਗੁਜ਼ਾਰਾ ਨਹੀਂ ਸੀ, ਜਾਂ ਕੀ ਇਸ ਉਜਾਲੇ ਨੂੰ ਬਣਾਉਣ ਦੇ ਪਿੱਛੇ ਪਰਮੇਸ਼ਵਰ ਦੀ ਕੋਈ ਖਾਸ ਯੋਜਨਾ ਸੀ। सो ਅਸੀਂ पढ़ा कि आदि में परमेश्वर ने आकाश और पृथ्वी की सृष्टि की। एक आयत जिहड़ी है सानू एक चीज़ वाल ते पक्का समझाउंदी है कि जिहड़ा यूनीवर्सल असीं देखदे हां, जिवें साइंटिस्ट कह दिंदे आ जां जिहड़े नास्तिक लोग है जिहड़े नहीं मनना चाहुंदे, वो कह दिंदे कि सब कुछ ऑटोमैटिक ही अपने आप ही हो गया। लेकिन जदों असीं वचन नूं पढ़दे हां ते फिर साडे सामणे ये गल खुल के आउंदी है कि जो कुछ असी अपने चौगिरदे देखते हैं, इस कायनात नूं जदों असी देखते हैं, ਇਹਦਾ ਇੱਕ ਬਣਾਉਣ ਵਾਲਾ ਹੈ। ਇਹਦਾ ਕੀ ਹੈ ਭਲਾ? ਇੱਕ ਬਣਾਉਣ ਵਾਲਾ ਆ। ਇਹ ਆਪਣੇ ਆਪ ਨਹੀਂ ਬਣੀ। ਔਰ ਆਉਣ ਵਾਲੇ ਦਿਨਾਂ 'ਚ ਫਿਰ ਸਿੱਖਾਂਗੇ ਕਿ ਜੇ ਆਪਣੇ ਆਪ ਬਣੀ ਹੁੰਦੀ ਤੇ ਫਿਰ ਏਡੇ ਵੱਡੇ ਸਿਸਟਮ 'ਚ ਨਹੀਂ ਹੁੰਦੀ। ਜੇ ਆਪਣੇ ਆਪ ਬਣਦੀ ਤੇ ਇਹ ਆਪਣੇ ਆਪ ਸਾਰੀਆਂ ਚੀਜ਼ਾਂ ਨੂੰ ਸੰਤੁਲਨ ਵਿੱਚ ਨਹੀਂ ਰੱਖ ਸਕਦੀ। ਇਹ ਆਪਣੇ ਆਪ ਆਪਣਾ ਬੈਲੈਂਸ ਵੀ ਬਣਾ ਕੇ ਨਹੀਂ ਰੱਖ ਸਕਦੀ। ਇਹਦਾ ਕੋਈ ਰਚਨਹਾਰਾ ਹੈਗਾ ਆ, ਇਹਦਾ ਕੋਈ ਬਣਾਉਣ ਵਾਲਾ ਹੈਗਾ ਆ। ਉਹ ਜਿਹੜਾ ਇਹਦਾ ਰਚਨਹਾਰਾ ਆ, ਉਹ ਜਿਹੜਾ ਇਹਦਾ ਬਣਾਉਣ ਵਾਲਾ ਆ, ਉਹਦੇ ਬਾਰੇ ਭਜਨ ਸੰਹਿਤਾ 102 ਉਹਦੀ 25 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਆਦि में तूने पृथ्वी की नींव डाली। पहला ਅਸੀਂ ਕੀ पढ़ के आए हैं? आदि में परमेश्वर ने आकाश और पृथ्वी की सृष्टि की। और विद्वान लोग ਜਿਹੜੇ ਬਾਈਬਲ ਦੇ ਵਿਦਵਾਨ ਲੋਕ ਆ, ਉਹਨਾਂ ਦਾ ਮੰਨਣਾ ਹੈ ਕਿ ਬਾਈਬਲ ਦੀਆਂ ਜਿਹੜੀਆਂ ਪਹਿਲੀਆਂ 5 ਕਿਤਾਬਾਂ ਆ, ਉਹ ਆਤਮਾ ਦੀ ਪ੍ਰੇਰਨਾ ਦੇ ਨਾਲ ਮੂਸਾ ਨੇ ਲਿਖੀਆਂ। ਔਰ ਆਤਮਾ ਦੀ ਪ੍ਰੇਰਨਾ ਦੇ ਨਾਲ ਹੀ ਅੱਗੇ ਇਸ ਜ਼ਬੂਰ ਨੂੰ ਲਿਖਣ ਵਾਲਾ
ਉਹ ਵੀ ਆਤਮਾ ਦੀ ਪ੍ਰੇਰਨਾ ਦੇ ਨਾਲ ਹੀ ਲਿਖ ਰਿਹਾ ਹੈ, ਬਹੁਤ ਸਮਾਂ ਬਾਅਦ ਵਿੱਚ ਜਾ ਕੇ। ਔਰ ਉਹ ਕੀ ਲਿਖਦਾ ਆ? आदि में तूने पृथ्वी की नींव डाली और आकाश तेरे हाथों का बनाया हुआ है। ਸੋ ਇੱਕ ਗੱਲ ਨੂੰ ਪਰਮੇਸ਼ਵਰ ਬਾਰ-ਬਾਰ ਦੱਸਣਾ ਚਾਹੁੰਦਾ ਹੈ ਕਿ ਇਹ ਸਭ ਕੁਝ ਜੋ ਕੁਝ ਅਸੀਂ ਦੇਖਦੇ ਹਾਂ, ਇਹ ਆਪਣੇ ਆਪ ਕੁਝ ਨਹੀਂ ਬਣਿਆ। ਇਹਦਾ ਇੱਕ ਰਚਨਹਾਰਾ ਹੈ, ਇਹਦਾ ਇੱਕ ਬਣਾਉਣ ਵਾਲਾ ਹੈ, ਔਰ ਇਹਨੂੰ ਇੱਕ ਕਾਇਮ ਕਰਨ ਵਾਲਾ ਆ, ਜਿਨਨੇ ਇਹਦੀ ਗਤੀ ਨੂੰ ਠਹਿਰਾਇਆ ਆ, ਜਿਨਨੇ ਇਹਦੇ ਸਿਸਟਮ ਨੂੰ ਕਾਇਮ ਕੀਤਾ ਹੈ, ਜਿਹਦੇ ਹੁਕਮ ਦੇ ਵਿੱਚ ਇਹ ਸਭ ਕੁਝ ਖੜਾ ਹੈ। ਸੋ ਦੋ ਆਇਤਾਂ ਅਸੀਂ ਦੇਖੀਆਂ। ਪਹਿਲੀ ਆਇਤ ਦੇਖ ਲਈ, उत्पत्ति ਦੀ किताब, आदि में परमेश्वर ने आकाश और पृथ्वी की सृष्टि की। और भजन संहिता जबूर ਦੇ ਵਿੱਚ ਅਸੀਂ ਦੇਖਿਆ, आदि में तूने पृथ्वी की नींव डाली और आकाश तेरे हाथों का बनाया हुआ है। ਸੋ ਦੋ ਲੋਕਾਂ ਦੀ ਗਵਾਹੀ ਨੂੰ ਅਸੀਂ ਦੇਖਦੇ ਹਾਂ। ਫਿਰ ਨੀਤੀ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ 8 ਦੀ 23 ਆਇਤ ਦੇ ਵਿੱਚ, मैं सदा से वर्ण आद ही से पृथ्वी की सृष्टि के पहले ही से ठहराई गई हूँ। ਇੱਥੇ ਸਮਝ ਦੇ ਬਾਰੇ 'ਚ ਜਦੋਂ ਬੁੱਧ ਦੇ ਬਾਰੇ 'ਚ ਅਸੀਂ ਪੜ੍ਹਦੇ ਹਾਂ, ਜਿਹਨੂੰ ਸੁਲੇਮਾਨ ਨੇ ਲਿਖਿਆ ਇਸ ਬੁੱਕ ਨੂੰ, ਔਰ ਸੁਲੇਮਾਨ ਸਮਝ ਤੇ ਬੁੱਧ ਦੀ ਜਦੋਂ ਗੱਲ ਕਰਦਾ ਆ ਤੇ ਸਮਝ ਦੱਸਦੀ ਆ ਵੀ ਇਸ ਤੋਂ ਪਹਿਲਾਂ, ਬੁੱਧ ਦੱਸਦੀ ਕਿ ਇਸ ਤੋਂ ਪਹਿਲਾਂ ਕਿ ਕੁਛ ਰਚਿਆ ਜਾਂਦਾ, ਉਸ ਦੇ ਰਚਨ ਤੋਂ ਪਹਿਲਾਂ ਮੈਂ ਰਚੀ ਗਈ ਆ। ਔਰ ਉਹ ਬੁੱਧ ਵੀ ਦੱਸਦੀ ਆ, ਗਵਾਹੀ ਦਿੰਦੀ ਆ, ਵਰਨ ਆदि ही से पृथ्वी की सृष्टि के पहले ही से ठहराई गई हूँ। ਸੋ ਇਹਦਾ ਮਤਲਬ ਇਹ ਵਰਸ ਵੀ ਇਸ ਚੀਜ਼ ਵੱਲ ਇਸ਼ਾਰਾ ਕਰਦੀ ਆ ਕਿ ਇਹਦੀ ਰਚਨਾ ਹੋਈ ਆ, ਇਹ ਆਪਣੇ ਆਪ ਨਹੀਂ ਆਈ, ਇਹਦਾ ਕੋਈ ਰਚਣ ਵਾਲਾ ਹੈਗਾ ਹੈ। ਯਸ਼ਾਇਆ ਨਬੀ 40 ਅਧਿਆਏ ਉਹਦੀ 21 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ, क्या तुम नहीं जानते, क्या तुमने नहीं सुना, क्या तुमको आरंभ ही से नहीं बताया गया, क्या तुमने पृथ्वी की नींव पड़ने के समय ही से विचार नहीं किया। ਸੋ ਇੱਥੇ ਵੀ ਪ੍ਰਿਥਵੀ ਦੀ ਨੀਂਵ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਇਸ ਚੀਜ਼ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਕੋਈ ਰਚਨਹਾਰਾ ਹੈਗਾ ਹੈ ਜਿਹੜਾ ਇਹਦੀ ਨੀਂਵ ਨੂੰ ਰੱਖਦਾ ਹੈ। ਇੱਕ ਹੋਰ ਰੈਫਰੈਂਸ ਪੜ੍ਹ ਲੈਂਦੇ ਹਾਂ, ਯਸ਼ਾਇਆ 41 ਦੀ 4, किसने ये काम किया और आदि से पीढ़ियों को बुलाता आया है। कदों तो भला? आद तो ही, शुरू तो ही पीढ़ियां ਨੂੰ ਬੁਲਾਉਂਦਾ। ਕਿਹਨੇ ਕੰਮ ਕੀਤਾ? मैं यहोवा हूं जो सबसे पहला और अंत के समय में रहूंगा, मैं वही हूं। ਇਹਦਾ ਮਤਲਬ ਆਦ ਤੋਂ ਪਹਿਲਾਂ, ਜਿਹਨੂੰ ਇਸ ਸ੍ਰਿਸ਼ਟੀ ਦੀ ਜਾਂ ਆਦਮ ਦੀ ਸ਼ੁਰੂਆਤ ਦੀ ਗੱਲ ਕਰੀਏ, ਉਸ ਤੋਂ ਵੀ ਅਗਰ ਪਿੱਛੇ ਜਾਈਏ ਤਾਂ ਕਹਿੰਦਾ ਮੈਂ ਪਹਿਲਾਂ ਆ, ਮੇਰੀ ਕੋਈ ਸ਼ੁਰੂਆਤ ਨਹੀਂ ਹੈ ਤੇ ਨਾ ਹੀ ਮੇਰਾ ਕੋਈ ਅੰਤ ਹੈ, ਮੇਰੀ ਇਹੋ ਹੀ ਪਹਿਚਾਣ ਹੈ। ਯੂਹੰਨਾ 1:1 ਦੇ ਵਿੱਚ ਅਸੀਂ ਦੇਖਦੇ ਹਾਂ, ਆਦਿ ਮੇਂ ਵਚਨ ਥਾ। ਸੋ ਪਿਛਲੇ ਵੀ ਅਸੀਂ ਰੈਫਰੈਂਸ ਦੇਖ ਲਏ, ਹੁਣ ਅੱਗੇ ਕੀ ਪੜ੍ਹਦੇ ਹਾਂ ਅਸੀਂ, ਆਦि में वचन था, वचन परमेश्वर के साथ था और वचन परमेश्वर था। ਸੋ ਸਭ ਕੁਝ ਰਚਿਆ ਜਾਵੇ, ਇਸ ਰਚਨਾ ਤੋਂ ਪਹਿਲਾਂ ਇਹਦਾ ਰਚਨਹਾਰਾ ਹੈ। ਅੱਜ ਅਸੀਂ ਉਸੇ ਰਚਨਹਾਰੇ ਦੀ ਉਪਸਥਿਤੀ ਦੇ ਵਿੱਚ ਹਾਂ ਤੇ ਉਹਦੀ ਰਹਿਮਤ ਦੇ ਨਾਲ ਹੀ ਅੱਜ ਅਸੀਂ ਉਹਦੇ ਇਹਨਾਂ ਵਚਨਾਂ ਨੂੰ ਪੜ੍ਹ ਸੁਣ ਰਹੇ ਹਾਂ, ਸਿੱਖ ਰਹੇ ਹਾਂ। ਸੋ ਉਹੀ ਜਿਹਦੇ ਇਹ ਵਚਨ ਹੈ, ਉਹ ਇਹਨਾਂ ਵਚਨਾਂ ਨੂੰ ਸਮਝਣ ਦੇ ਲਈ ਸਾਡੀ ਸਹਾਇਤਾ ਕਰੇਗਾ। ਪਹਿਲਾ ਤਿਮੋਥੀਉਸ 6 ਅਧਿਆਇ ਦੀ 16 ਆਇਤ ਅਸੀਂ ਪੜ੍ਹਦੇ ਹਾਂ, ਔਰ ਅਮਰਤਾ ਕੇਵਲ ਉਸੀ ਕੀ ਹੈ। ਕਿਹਦੀ ਹੈ ਅਮਰਤਾ? ਜਿਹਨੇ ਸਭ ਕੁਛ ਰਚਿਆ ਹੈ। ਰਚਨਾ ਵਿੱਚ ਕੁਛ ਵੀ ਉਸ ਤੋਂ ਬਿਨਾਂ ਨਹੀਂ ਰਚਿਆ ਗਿਆ। और अमरता केवल उसी की है और वह अगम्य ज्योति में रहता है, और ना उसे किसी मनुष्य ने देखा और ना कभी देख सकता है। उसकी प्रतिष्ठा और राज्य युगान युग रहेगा, आमीन। सो ਅਸੀਂ ਇੱਥੇ ਦੇਖਦੇ ਹਾਂ, ਪਰਮੇਸ਼ਵਰ ਆਲਰੇਡੀ ਅਗੰਮ ਜੋਤੀ ਦੇ ਵਿੱਚ ਰਹਿਣ ਵਾਲਾ ਹੈ। ਅਗੰਮ ਜੋਤੀ ਦੇ ਵਿੱਚ ਰਹਿਣ ਵਾਲਾ ਪਰਮੇਸ਼ਵਰ, ਉਹਦੇ ਬਾਰੇ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਪੜ੍ਹਦੇ ਹਾਂ ਤੇ ਲਿਖਿਆ, ਉਹਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ।
ਫਿਰ ਇੱਕ ਗੱਲ ਹੋਰ ਆਉਂਦੀ ਹੈ, ਗਹਿਰੇ ਜਲ ਕੇ ਉੱਪਰ ਅੰਧਿਆਰਾ ਥਾ। ਗਹਿਰਾ ਜਲ ਸੀ ਤੇ ਉਹਦੇ ਉੱਪਰ ਕੀ ਸੀ? ਅੰਧਕਾਰ ਹੀ ਅੰਧਕਾਰ ਸੀ। ਸੋ ਇਸ ਅੰਧਕਾਰ ਨੂੰ ਪਰਮੇਸ਼ਵਰ ਕਿੰਨੀ ਦੇਰ ਤੋਂ ਦੇਖਦਾ ਆ? ਕੋਈ ਸਮੇਂ ਕਾਲ ਨਹੀਂ, ਪਰ ਇੱਥੇ ਜਿਹੜੇ ਸਾਡੇ ਅੱਗੇ ਕੁਐਸਚਨ ਆਉਂਦਾ, ਸਵਾਲ ਆਉਂਦਾ, ਉਹ ਇਹ ਆ, ਪਰਮੇਸ਼ਵਰ ਆਪ ਜਿਹੜਾ ਅਗੰਮ ਜੋਤੀ ਦੇ ਵਿੱਚ ਰਹਿਣ ਵਾਲਾ ਆ, ਪਰਮੇਸ਼ਵਰ ਜਿਹੜਾ ਆਪ ਵੀ ਜੋਤੀ ਆ, ਔਰ ਜੇ ਜੋਤੀ ਹੋਵੇ ਤੇ ਫਿਰ ਅੰਧਕਾਰ ਦੇ ਲਈ ਕੋਈ ਜਗ੍ਹਾ ਨਹੀਂ ਹੁੰਦੀ। ਜੇ ਜੋਤੀ ਹੋਵੇ ਤੇ ਫਿਰ ਅੰਧਕਾਰ ਦੇ ਲਈ ਕੋਈ ਜਗ੍ਹਾ ਨਹੀਂ ਹੁੰਦੀ। ਲੇਕਿਨ ਪਰਮੇਸ਼ਵਰ ਦੇ ਆਤਮਾ ਦੀ ਪ੍ਰੇਰਨਾ ਦੇ ਨਾਲ ਲਿਖਣ ਵਾਲਾ ਖੁਦਾ ਦਾ ਦਾਸ ਮੂਸਾ ਲਿਖਦਾ ਆ ਕਿ ਗਹਿਰੇ ਜਲ ਦੇ ਉੱਤੇ ਹਨੇਰਾ ਸੀ। ਸੋ ਹੁਣ ਜਿਹੜਾ ਗਹਿਰੇ ਜਲ ਦੇ ਉੱਤੇ ਹਨੇਰਾ ਸੀ, ਔਰ ਇਸੇ ਜਲ ਦੇ ਉੱਤੇ ਪਰਮੇਸ਼ਵਰ ਦਾ ਆਤਮਾ ਮੰਡਲਾਉਂਦਾ ਸੀ। ਤੇ ਫਿਰ ਕੀ ਇਦਾਂ ਨਹੀਂ ਸੀ ਹੋਣਾ ਚਾਹੀਦਾ ਵੀ ਜਿੱਧਰ ਜਿੱਧਰ ਪਰਮੇਸ਼ਵਰ ਦਾ ਰੂਹ ਜਾਵੇ, ਜਿੱਧਰ ਜਿੱਧਰ ਪਰਮੇਸ਼ਵਰ ਦਾ ਆਤਮਾ ਜਾਵੇ, ਉਧਰ ਉਧਰ ਤੇ ਰੌਸ਼ਨੀ ਫੈਲਣੀ ਚਾਹੀਦੀ ਹੈ। ਲੇਕਿਨ ਬਾਈਬਲ ਦੀਆਂ ਆਇਤਾਂ ਹੀ ਸਾਨੂੰ ਦੱਸਦੀਆਂ ਆ ਕਿ ਪਰਮੇਸ਼ਵਰ ਨੇ ਜਿੰਨੀ ਦੇਰ ਤੱਕ ਕਿਹਾ ਨਹੀਂ ਕਿ ਰੌਸ਼ਨੀ ਹੋਵੇ, ਉਨੀ ਦੇਰ ਤੱਕ ਰੌਸ਼ਨੀ ਹੋਈ ਨਹੀਂ। ਜਿੰਨੀ ਦੇਰ ਤੱਕ ਪਰਮੇਸ਼ਵਰ ਨੇ ਨਹੀਂ ਕਿਹਾ, ਉਨੀ ਦੇਰ ਤੱਕ ਰੌਸ਼ਨੀ ਹੋਈ ਨਹੀਂ। ਅਗੰਮੇ ਜੋਤੀ ਵਿੱਚ ਰਹਿਣ ਵਾਲਾ ਆਪ ਜੋਤੀ ਹੈ, ਲੇਕਿਨ ਫਿਰ ਵੀ ਜਿੰਨੀ ਦੇਰ ਤੱਕ ਆਖਦਾ ਨਹੀਂ ਕਿ ਰੌਸ਼ਨੀ ਹੋਵੇ, ਉਨੀ ਦੇਰ ਤੱਕ ਰੌਸ਼ਨੀ ਹੋਈ ਨਹੀਂ। ਸੋ ਵਧਦੇ ਹਾਂ ਅੱਗੇ ਕਿ ਇਹਦਾ ਸਾਡੇ ਨਾਲ ਸਿੱਧਾ ਸਿੱਧਾ ਵਾਸਤਾ ਹੈ। ਜਿੱਦਾਂ ਅਸੀਂ ਦੱਸਿਆ ਕਿ ਧਰਤੀ ਬੇਡੋਲ ਤੇ ਸੁੰਨੀ ਸੀ, ਮਸੀਹ ਦੀ ਪਹਿਚਾਣ ਤੋਂ ਪਹਿਲਾਂ ਸਾਡਾ ਵੀ ਇਹੋ ਹੀ ਹਾਲ ਸੀ। ਡੂੰਘਾਈਆਂ ਦੇ ਉੱਤੇ ਹਨੇਰਾ ਸੀ, ਸਾਡਾ ਵੀ ਬਿਲਕੁਲ ਇਹੋ ਹੀ ਹਾਲ ਸੀ। ਧਰਤੀ ਬੇਡੋਲ ਸੀ, ਬਿਲਕੁਲ ਸਾਡਾ ਵੀ ਇਹੋ ਹਾਲ ਸੀ। ਅਸੀਂ ਵੀ ਕੋਈ ਡੀਲ ਡੋਲ ਵਾਲੇ ਨਹੀਂ ਸੀ। ਸੋ ਪਰਮੇਸ਼ਵਰ ਨੇ ਇਸ ਅੰਧਕਾਰ ਨੂੰ ਰਹਿਣ ਦਿੱਤਾ। ਪਰਮੇਸ਼ਵਰ ਦਾ ਆਤਮਾ ਮੰਡਲਾਉਂਦਾ ਹੈ। ਅਗੰਮ ਗਿਆਨ ਦੇ ਵਿੱਚ ਪਰਮੇਸ਼ਵਰ ਦੇ ਅੰਦਰ ਇੱਕ ਪਲਾਨਿੰਗ ਆ, ਜਿਹਨੂੰ ਉਹਨੇ ਅਮਲੀ ਜਾਮਾ ਪਹਿਨਾਉਣਾ ਹੈ। ਔਰ ਜਿਹਨੂੰ ਉਹਨੇ ਅਮਲੀ ਜਾਮਾ ਪਹਿਨਾਉਣਾ ਆ, ਜਿਹਦੇ ਅੰਦਰ ਇਹ ਸਾਰੀ ਯੋਜਨਾ ਆ, ਉਹ ਪਰਮੇਸ਼ਵਰ ਵੇਲੇ ਸਿਰ ਕੰਮ ਕਰਨ ਵਾਲਾ ਹੈ। ਨਾ ਇੱਕ ਛਣ ਪਹਿਲਾਂ ਤੇ ਨਾ ਇੱਕ ਛਣ ਬਾਅਦ ਵਿੱਚ, ਵੇਲੇ ਸਿਰ ਕੰਮ ਕਰਨ ਵਾਲਾ ਉਹ ਪਰਮੇਸ਼ਵਰ ਹੈ। ਸੋ ਗਹਿਰੇ ਜਲ ਦੇ ਉੱਤੇ ਹਨੇਰਾ ਆ, ਔਰ ਜੇ ਗਹਿਰਾਈ ਵਿੱਚ ਜਾਵਾਂਗੇ ਤੇ ਫਿਰ ਜਿੱਧਰ ਜਿੱਧਰ ਰੌਸ਼ਨੀ ਜਾਏ, ਪਰਮੇਸ਼ਵਰ ਰੌਸ਼ਨੀ ਆ। ਤੇ ਕਹਿਣ ਦੀ ਲੋੜ ਨਹੀਂ ਕਿ ਰੌਸ਼ਨੀ ਹੋਵੇ। ਤੇ ਫਿਰ ਇਹਦਾ ਮਤਲਬ ਆ ਵੀ ਸਾਨੂੰ ਸਮਝਣਾ ਪੈਣਾ। ਬਾਅਦ ਵਿੱਚ ਮੈਂ ਤੁਹਾਨੂੰ ਉਸ ਆਇਤ ਦਾ ਵੇਰਵਾ ਦੇ ਦੇਵਾਂਗਾ, ਲੇਕਿਨ ਹੁਣ ਮੇਰੇ ਦਿਮਾਗ 'ਚ ਨਹੀਂ ਕਿ ਉਹ ਕਿਹੜੀ ਕਿਤਾਬ ਦੇ ਵਿੱਚ ਹੈ ਲਿਖਿਆ। ਪਰਮੇਸ਼ਵਰ ਅੰਧਕਾਰ ਦੇ ਗੁਪਤ ਸਥਾਨਾਂ ਦੇ ਵਿੱਚ ਵਾਸ ਕਰਦਾ ਹੈ। ਪਰਮੇਸ਼ਵਰ ਅੰਧਕਾਰ ਦੇ ਗੁਪਤ ਸਥਾਨਾਂ ਦੇ ਵਿੱਚ ਵਾਸ ਕਰਦਾ। ਹੁਣ ਰੌਸ਼ਨੀ ਜਿਹੜੀ ਨਾ, ਉਹਦਾ ਕੰਮ ਤੇ ਅੰਧਕਾਰ ਨੂੰ ਦੂਰ ਕਰਨਾ ਹੁੰਦਾ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੂੰ ਕਦੇ ਕਿਸੇ ਨੇ ਵੇਖਿਆ ਨਹੀਂ ਤੇ ਨਾ ਉਹ ਕਿਸੇ ਕੋ ਵੇਖਿਆ ਜਾ ਸਕਦਾ। ਔਰ ਅਸੀਂ ਇਹ ਵੀ ਫਿਰ ਪੜ੍ਹਦੇ ਹਾਂ ਵੀ ਅਸੀਂ ਸਭ ਲੋਕ ਇੱਕ ਦਿਨ ਪਰਮੇਸ਼ਵਰ ਨੂੰ ਵੇਖਾਂਗੇ ਜ਼ਰੂਰ। ਔਰ ਇਹਦੇ ਲਈ ਉਹਨੇ 14 ਯੁੱਗਾਂ ਦੀ ਪਲਾਨਿੰਗ ਠਹਿਰਾਈ ਹੈ। ਔਰ ਉਹ ਸਾਰੇ ਯੁੱਗਾਂ ਨੂੰ ਵਰਤਮਾਨ ਦੇ ਵਿੱਚ ਹੀ ਦੇਖਦਾ ਹੈ, ਪ੍ਰੈਜੈਂਟ ਦੇ ਵਿੱਚ। ਉਹਦੇ ਸਾਡੇ ਲਈ ਆ ਪ੍ਰੈਜੈਂਟ, ਪਾਸਟ ਤੇ ਫਿਊਚਰ। ਪਰਮੇਸ਼ਵਰ ਦੇ ਲਈ ਕੋਈ ਪ੍ਰੈਜੈਂਟ, ਪਾਸਟ, ਫਿਊਚਰ ਨਹੀਂ। ਉਹਦੇ ਲਈ ਸਭ ਕੁਝ ਪ੍ਰੈਜੈਂਟ ਦੇ ਵਿੱਚ ਹੀ ਹੈ। ਲਿਖਿਆ ਵਚਨ ਦੇ ਵਿੱਚ ਉਹ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਹੈ ਹੀ ਨਹੀਂ,
ਇਦਾਂ ਬੁਲਾਉਂਦਾ ਹੈ ਵੀ ਮੰਨੋ ਉਹ ਹੈਗੀਆਂ। ਤੇ ਵਚਨ 'ਚ ਲਿਖਿਆ ਜੋ ਕੁਝ ਅਸੀਂ ਬਣਿਆ ਦੇਖਦੇ ਇਹਨਾਂ ਚੀਜ਼ਾਂ ਤੋਂ ਬਣਿਆ ਹੋਇਆ ਨਹੀਂ, ਪਰ ਪਰਮੇਸ਼ਵਰ ਗਹਿਰਾਈ ਤੱਕ ਦੇਖਣ ਦੀ ਕੁਦਰਤ ਰੱਖਦਾ ਤੇ ਉਹ ਦੇਖ ਲੈਂਦਾ ਹੈ। ਸੋ ਪਰਮੇਸ਼ਵਰ ਆਪ ਰੋਸ਼ਨੀ, ਗਹਿਰੇ ਜਲ ਦੇ ਉੱਤੇ ਹਨੇਰਾ, ਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ। ਲੇਕਿਨ ਪਰਮੇਸ਼ਵਰ ਨੇ ਕਿਹਾ ਕਿ ਰੋਸ਼ਨੀ ਹੋਵੇ ਤੇ ਰੋਸ਼ਨੀ ਹੋਈ। ਪਿਆਰੇ ਜੀਜੋ, ਅੱਜ ਸਾਰਾ ਸੰਸਾਰ ਅੰਧਕਾਰ ਦੇ ਵੱਸ ਦੇ ਵਿੱਚ ਪਿਆ ਹੋਇਆ ਹੈ। ਅੱਜ ਸਾਰਾ ਸੰਸਾਰ ਹਨੇਰੇ ਦੇ ਵੱਸ ਦੇ ਵਿੱਚ ਹੈ ਤੇ ਸਾਰੇ ਸੰਸਾਰ ਦਾ ਹਨੇਰੇ ਦੇ ਵੱਸ ਵਿੱਚ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਇੱਥੇ ਮੌਜੂਦ ਨਹੀਂ ਹੈ। ਉਹ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ, ਕਿਉਂਕਿ ਓਮਨੀ ਪ੍ਰੈਜ਼ੈਂਟ ਹੈ, ਸਰਵਵਿਆਪੀ, ਹਰ ਜਗ੍ਹਾ ਦੇ ਉੱਤੇ ਮੌਜੂਦ ਰਹਿਣ ਵਾਲਾ। ਉਹ ਹਰ ਜਗ੍ਹਾ ਦੇ ਉੱਤੇ ਹੈ। ਜਿਹੜਾ ਪਰਮੇਸ਼ਵਰ ਹਰ ਜਗ੍ਹਾ ਦੇ ਉੱਤੇ ਹੈ ਔਰ ਸੰਸਾਰ ਨੂੰ ਦੇਖਦਾ ਹੈ ਵੀ ਸਾਰਾ ਸੰਸਾਰ ਹਨੇਰੇ ਦੇ ਵੱਸ ਦੇ ਵਿੱਚ ਹੈ, ਤੇ ਪਰਮੇਸ਼ਵਰ ਦਾ ਆਤਮਾ ਤੇ ਪੂਰੇ ਸੰਸਾਰ ਦੇ ਵਿੱਚ ਮੰਡਲਾਉਂਦਾ ਹੈ। ਲੇਕਿਨ ਵੇਖਦਾ ਕੀ ਹੈ ਭਲਾ? ਹੈਗਾ ਸਾਰੇ ਪਾਸੇ ਹਨੇਰਾ। ਤੇ ਸਵਾਲ ਆ ਵੀ ਜਦੋਂ ਪਰਮੇਸ਼ਵਰ ਦਾ ਆਤਮਾ ਪੂਰੇ ਬ੍ਰਹਮਾਂਡ ਦੇ ਵਿੱਚ ਮੰਡਲਾਉਂਦਾ ਹੈ ਤੇ ਫਿਰ ਹਨੇਰਾ ਰਹਿ ਕਿਵੇਂ ਸਕਦਾ ਹੈ? ਇਸ ਲਈ ਵਚਨ ਨੂੰ ਜਦੋਂ ਅਸੀਂ ਗਹਿਰਾਈ ਨਾਲ ਪੜ੍ਹਦੇ ਹਾਂ ਨਾ, ਤੇ ਸਾਡੇ ਸਾਹਮਣੇ ਇੱਕ ਗੱਲ ਆਉਂਦੀ ਹੈ, ਉਹ ਸਭ ਕੁਝ ਆਪਣੀ ਇੱਛਾ ਦੇ ਮੁਤਾਬਕ ਹੀ ਕਰਦਾ ਹੈ। ਦੁਆ ਅਸੀਂ ਕਰਦੇ ਹਾਂ, ਅਦਭੁਤ ਮੌਜ ਜੇ ਅਚੰਭੇ ਹੁੰਦੇ ਆ, ਸਭ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਹੁੰਦੇ ਦੇਖਦੇ ਹਾਂ। ਸਾਨੂੰ ਕਈ ਵਾਰੀ ਪ੍ਰੌੜ ਵੀ ਆ ਜਾਂਦਾ ਵੀ ਸ਼ਾਇਦ ਮੇਰੀ ਪ੍ਰਾਰਥਨਾ ਦਾ ਕਰਕੇ ਇਹ ਸਭ ਕੁਝ ਹੋ ਰਿਹਾ ਆ। ਲੇਕਿਨ ਇਹੀ ਵਚਨ ਦੱਸਦਾ ਆ, ਉਹ ਸਭ ਕੁਝ ਆਪਣੀ ਹੀ ਇੱਛਾ ਦੇ ਅਨੁਸਾਰ ਕਰਦਾ ਹੈ। ਹਰ ਚੀਜ਼ ਦਾ ਉਹਨੇ ਇੱਕ ਵੇਲਾ ਠਹਿਰਾਇਆ ਹੈ। ਸੋ ਉਹ ਅਗੰਮੇ ਜੋਤੀ ਦੇ ਵਿੱਚ ਰਹਿਣ ਵਾਲਾ ਪਰਮੇਸ਼ਵਰ, ਜਦੋਂ ਉਹਨੂੰ ਅਸੀਂ ਦੇਖਦੇ ਹਾਂ ਤੇ ਫਿਰ ਸਾਨੂੰ ਇਹ ਸਮਝ ਆਉਂਦੀ ਹੈ ਵਚਨ ਦੇ ਦੁਆਰਾ ਕਿ ਜਿੰਨੀ ਦੇਰ ਉਹ ਕਹਿੰਦਾ ਨਹੀਂ ਨਾ ਰੌਸ਼ਨੀ ਹੋਵੇ, ਓਨੀ ਦੇਰ ਹੋ ਸਕਦੀ ਨਹੀਂ। ਬੇਸ਼ੱਕ ਉਹ ਆਪ ਰੌਸ਼ਨੀ ਹੈ। ਹੁਣ ਜਦੋਂ ਕਹੂਗਾ ਨਾ ਰੌਸ਼ਨੀ ਹੋਵੇ, ਤੇ ਪਹਿਲੀ ਰੌਸ਼ਨੀ ਜਿਹੜੀ ਸੰਸਾਰ ਦੇ ਵਿੱਚ ਆਈ ਉਹ ਸੂਰਜ ਦੀ ਰੌਸ਼ਨੀ ਨਹੀਂ ਸੀ। ਪਹਿਲੀ ਰੌਸ਼ਨੀ ਜਿਹੜੀ ਸੰਸਾਰ ਦੇ ਵਿੱਚ ਆਈ ਉਹ ਚੰਦਰਮਾ ਦੀ ਰੌਸ਼ਨੀ ਨਹੀਂ ਸੀ। ਪਹਿਲੀ ਰੌਸ਼ਨੀ ਜਿਹੜੀ ਸੰਸਾਰ ਦੇ ਵਿੱਚ ਆਈ ਉਹ ਤਾਰਿਆਂ ਮੰਡਲ ਦੀ ਰੌਸ਼ਨੀ ਨਹੀਂ ਸੀ, ਬਲਕਿ ਪਹਿਲੀ ਰੌਸ਼ਨੀ ਜਿਹੜੀ ਉਹਦੇ ਵਿੱਚੋਂ ਨਿਕਲਣੀ ਹੈ। ਇਹਦਾ ਮਤਲਬ ਅਸੀਂ ਸਮਝਾਂਗੇ, ਉਹਨੇ ਆਪਣੇ ਜ਼ਲਾਲ ਨੂੰ ਆਪਣੇ ਹੀ ਅੰਦਰ ਸਮੇਟ ਕੇ ਰੱਖਿਆ ਹੋਇਆ ਸੀ, ਇਸ ਕਰਕੇ ਚਾਰੋਂ ਪਾਸੇ ਹਨੇਰਾ ਸੀ। ਤੇ ਅੱਜ ਸੰਸਾਰ ਦਾ ਵੀ ਇਹੀ ਹਾਲ ਆ। ਜਿਨ੍ਹਾਂ ਨੂੰ ਪਰਮੇਸ਼ਵਰ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੂੰ ਪਰਮੇਸ਼ਵਰ ਸਮਝ ਨਹੀਂ ਆਉਂਦਾ, ਉਹਨਾਂ ਦਾ ਵੀ ਬਿਲਕੁਲ ਸੇਮ ਇਹੋ ਹਾਲ ਹੈ, ਸੇਮ। ਸੋ ਜਿੰਨੀ ਦੇਰ ਤੱਕ ਪਰਮੇਸ਼ਵਰ ਕਵੇਗਾ ਨਹੀਂ ਨਾ, ਜਿਵੇਂ ਇੱਥੇ ਦੇਖਦੇ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋ ਜਾਵੇ, ਤੇ ਉਹਦੇ ਅੰਦਰੋਂ ਇੱਕ ਸ਼ਬਦ ਬਾਹਰ ਆਉਂਦਾ ਹੈ। ਇਸ ਸ਼ਬਦ ਦੇ ਵਿੱਚ ਉਹ ਰੌਸ਼ਨੀ ਹੈ। ਇਸ ਸ਼ਬਦ ਦੇ ਵਿੱਚ ਉਹ ਜ਼ਿੰਦਗੀ ਹੈ। ਹਰ ਚੀਜ਼ ਦੇ ਵਿੱਚ ਜ਼ਿੰਦਗੀ ਹੈ। ਔਰ ਸ਼ਬਦ ਜਦੋਂ ਨਿਕਲਿਆ ਕਿ ਰੌਸ਼ਨੀ ਹੋਵੇ, ਤੇ ਰੌਸ਼ਨੀ ਹੋ ਗਈ। ਸੋ ਇਹ ਰੌਸ਼ਨੀ ਜਿਹੜੀ ਆ, ਇਹ ਉਹਦੇ ਆਪਣੇ ਅੰਦਰੋਂ ਬਾਹਰ ਨਿਕਲਣ ਵਾਲੀ ਰੌਸ਼ਨੀ ਆ। ਲੇਕਿਨ ਅੱਗੇ ਇੱਕ ਹੋਰ ਜਿਹੜੀ ਅਸੀਂ ਚੀਜ਼ ਪੜ੍ਹਦੇ ਹਾਂ ਅੱਗੇ ਜਾ ਕੇ, ਉਹ ਇਹ ਆ 4 ਆਇਤ ਦੇ ਵਿੱਚ
परमेश्वर ने उजाले को देखा कि अच्छा है। ਜਿਹੜਾ ਉਜਾਲਾ ਉਹਦੇ ਤੋਂ ਬਾਹਰ ਆਇਆ ਤੇ ਉਜਾਲਾ ਉਜਾਲਾ ਹੋ ਗਿਆ, ਹਨੇਰਾ ਦੂਰ ਹੋਇਆ। ਤੇ ਇਹ ਹਨੇਰਾ ਇੱਕਦਮ ਹਟ ਨਹੀਂ ਗਿਆ, ਤੇ ਜੇ ਉਹ ਚਾਹੁੰਦਾ ਤੇ ਇੱਕਦਮ ਵੀ ਹਟਾ ਸਕਦਾ ਸੀ। ਅੱਜ ਵੀ ਅਸੀਂ ਦੇਖਦੇ ਹਾਂ ਵਚਨ 'ਚ ਲਿਖਿਆ, ਅਸੀਂ ਅੰਸ਼ ਅੰਸ਼ ਕਰਕੇ ਉਹਦੀ ਸੂਰਤ ਬਣਦੇ ਜਾ ਰਹੇ ਹਾਂ। ਕਿੱਦਾਂ ਬਣਦੇ ਜਾ ਰਹੇ ਹਾਂ? ਅੰਸ਼ ਅੰਸ਼ ਕਰਕੇ ਉਹਦੀ ਸੂਰਤ ਬਣਦੇ ਜਾ ਰਹੇ ਹਾਂ। ਸੋ ਉਸੇ ਤਰ੍ਹਾਂ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ, ਇਹਦੇ ਅੰਦਰੋਂ ਰੌਸ਼ਨੀ ਨਿਕਲਦੀ ਹੈ, ਸਰਵ ਸ਼ਕਤੀਮਾਨ ਦੇ ਅੰਦਰੋਂ। ਤੇ ਇਹ ਰੌਸ਼ਨੀ ਜਿਹੜੀ ਆ ਇਹ ਫਿਰ ਫੈਲ ਜਾਂਦੀ ਹੈ, ਤੇ ਉਸ ਅੰਧਕਾਰ ਨੂੰ ਜਿਹਨੂੰ ਉਹ ਦੇਖਦਾ ਆ ਉਹ ਦੂਰ ਹੁੰਦਾ ਆ। ਲੇਕਿਨ ਅਗਲੀ ਆਇਤ 'ਚ ਅਸੀਂ ਪੜ੍ਹਦੇ ਹਾਂ, ਪਰਮੇਸ਼ਵਰ ਨੇ ਉਜਾਲੇ ਕੋ ਦੇਖਾ ਕਿ ਅੱਛਾ ਹੈ। ਪਹਿਲਾਂ ਇਹ ਨਹੀਂ ਲਿਖਿਆ ਗਿਆ ਕਿ ਡੂੰਘਾਈਆਂ ਉੱਤੇ ਹਨੇਰਾ ਸੀ ਤੇ ਪਰਮੇਸ਼ਵਰ ਨੇ ਉਹਨੂੰ ਦੇਖਿਆ ਵੀ ਅੱਛਾ ਆ। ਪਰਮੇਸ਼ਵਰ ਨੇ ਉਸ ਹਨੇਰੇ ਨੂੰ ਵੇਖ ਕੇ ਅੱਛਾ ਨਹੀਂ ਕਿਹਾ। ਲੇਕਿਨ ਅੱਗੇ ਜਾ ਕੇ ਇੱਕ ਹੋਰ ਖਤਰਨਾਕ ਪੁਆਇੰਟ ਦੇ ਉੱਤੇ ਅਸੀਂ ਵਿਚਾਰ ਕਰਾਂਗੇ ਕਿ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋ ਜਾਵੇ ਤੇ ਉਜਾਲਾ ਹੋ ਗਿਆ। ਉਸੇ ਤਰ੍ਹਾਂ ਸਾਡਾ ਹਾਲ ਆ। ਅਸੀਂ ਜਿਹੜੇ ਹਨੇਰੇ ਦੇ ਵਿੱਚ ਸੀ ਨਾ, ਪਰਮੇਸ਼ਵਰ ਨੇ ਸਾਡੇ ਲਈ ਵੀ ਫਿਰ ਐਲਾਨ ਕੀਤਾ ਜਦੋਂ ਅਸੀਂ ਆਪਣੇ ਆਪ ਨੂੰ ਸਰੈਂਡਰ ਕੀਤਾ। ਤੇ ਪਰਮੇਸ਼ਵਰ ਨੇ ਕਿਹਾ ਉਜਾਲਾ ਹੋ ਜਾਵੇ। ਹੁਣ ਲੋਕੀ ਕਹਿੰਦੇ ਅੱਛਾ ਜੇ ਤੁਹਾਡੇ ਜੀਵਨ 'ਚ ਉਜਾਲਾ ਹੋ ਗਿਆ ਤੇ ਫਿਰ ਹੁਣ ਤੁਹਾਡੇ ਜੀਵਨ 'ਚ ਗਲਤੀ ਕਾਹਦੇ ਲਈ ਹੈ? ਅੱਛਾ ਜੇ ਹੁਣ ਉਜਾਲਾ ਹੋ ਗਿਆ ਤੇ ਫਿਰ ਤੁਹਾਡੇ ਜੀਵਨ ਦੇ ਵਿੱਚ ਇਹ ਸਾਰੀਆਂ ਗਲਤੀਆਂ ਕਿਉਂ ਪਾਈਆਂ ਜਾਂਦੀਆਂ? ਤੇ ਦੇਖਦੇ ਹਾਂ, ਪਰਮੇਸ਼ਵਰ ਨੇ ਤੇ ਕਹਿਤਾ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ। परमेश्वर ने उजाले को देखा कि अच्छा है। ये निकलिया तो ਉਹਦੇ ਅੰਦਰੋਂ ਹੀ ਹੈ, ਲੇਕਿਨ ਉਹ ਉਜਾਲਾ ਜਿਹੜਾ ਪਰਮੇਸ਼ਵਰ ਦੇ ਅੰਦਰ ਆ ਹੁਣ ਉਹ ਬਾਹਰ ਆਇਆ, ਕਿਉਂਕਿ ਪਰਮੇਸ਼ਵਰ ਦੇ ਮਨ ਦੇ ਵਿੱਚ ਇੱਕ ਪਲਾਨਿੰਗ ਆ ਜਿਹਨੂੰ ਹੁਣ ਉਹ ਅੰਜਾਮ ਦੇਣ ਜਾ ਰਿਹਾ ਹੈ। ਉਹ ਇਸ ਹਨੇਰੇ ਦੇ ਵਿੱਚ ਚਾਨਣ ਨੂੰ ਚਮਕਾਉਣਾ ਚਾਹੁੰਦਾ। ਇਹ ਉਹਦੀ ਪਲਾਨਿੰਗ ਆ। ਸੋ ਇਹ ਸ੍ਰਿਸ਼ਟੀ ਸਾਨੂੰ ਹੀ ਬਿਆਨ ਕਰ ਰਹੀ ਹੈ। ਜੋ ਕੁਛ ਇੱਥੇ ਇਸ ਸ੍ਰਿਸ਼ਟੀ ਦੇ ਨਾਲ ਹੁੰਦਿਆਂ ਦੇਖਦੇ, ਤਾਈਓ ਤੇ ਸਾਨੂੰ ਵੀ ਸ੍ਰਿਸ਼ਟ ਕਿਹਾ ਗਿਆ ਨਾ, ਤੁਸੀਂ ਨਵੀਂ ਸ੍ਰਿਸ਼ਟ ਹੋ। ਸੋ ਇੱਥੇ ਪਰਮੇਸ਼ਰ ਦੀ ਪਲਾਨਿੰਗ ਨੂੰ ਦੇਖਦੇ, ਜਿਵੇਂ ਅਸੀਂ ਹਿਜਕੀਲ ਦੇ ਵਿੱਚ ਦੇਖਦੇ, ਉਹਨੇ ਕਿਹਾ ਜਾ ਕੇ ਮੌਤ ਦੀ ਵਾਦੀ ਦੇ ਵਿੱਚ ਹੱਡੀਆਂ ਦੇ ਉੱਤੇ ਵਾਕ ਕਰ। ਤੇ ਉਹਨੇ ਹੱਡੀਆਂ ਦੇ ਉੱਤੇ ਜਾ ਕੇ ਵਾਕ ਕੀਤਾ ਵੀ ਆਤਮਾ ਇਉਂ ਕਹਿੰਦਾ ਹੈ। ਸੋ ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਅੰਦਰੋਂ ਉਜਾਲਾ ਹੋ ਗਿਆ। ਉਜਾਲਾ ਤੇ ਆਲਰੇਡੀ ਚੰਗਾ ਹੀ ਹੈ, ਉਜਾਲਾ ਮਾੜਾ ਨਹੀਂ, ਕਿਉਂਕਿ ਉਹਦੇ ਅੰਦਰੋਂ ਨਿਕਲਿਆ। ਪਰ ਉਹ ਜਿਹੜਾ ਉਹਦੇ ਅੰਦਰੋਂ ਉਜਾਲਾ ਨਿਕਲਿਆ ਆ ਤੇ ਉਹਨੂੰ ਜਦੋਂ ਉਹਨੇ ਉਸ ਕੰਮ ਨੂੰ ਜਿਹੜਾ ਉਹ ਚਾਹੁੰਦਾ ਸੀ ਹੋਵੇ, ਤੇ ਉਸ ਕੰਮ ਨੂੰ ਜਦੋਂ ਉਹਨੇ ਆਪਣੀ ਨਜ਼ਰਾਂ ਦੇ ਨਾਲ ਵੇਖਦਾ ਆ ਤੇ ਉਹ ਕਹਿੰਦਾ ਚੰਗਾ ਆ। ਹਨੇਰੇ ਨੂੰ ਨਹੀਂ ਚੰਗਾ ਕਿਹਾ ਪਹਿਲਾਂ, ਜਦੋਂ ਉਹਦਾ ਆਤਮਾ ਪਾਣੀ ਉੱਤੇ ਮੰਡਰਾਉਂਦਾ ਉਦੋਂ ਹਨੇਰੇ ਨੂੰ ਨਹੀਂ ਕਿਹਾ ਚੰਗਾ ਆ। ਬੇਡੋਲ ਧਰਤੀ ਨੂੰ ਨਹੀਂ ਕਿਹਾ ਕਿ ਚੰਗਾ ਆ। ਲੇਕਿਨ ਜਦੋਂ ਉਹਨੂੰ ਡੀਲ ਡੋਲ ਵਾਲੀ ਬਣਾਇਆ ਫਿਰ ਉਹਨੇ ਕਿਹਾ ਚੰਗਾ ਆ। ਤੇ ਹੁਣ ਜਿਹਨੂੰ ਉਹ ਚੰਗਾ ਬਣਾਉਂਦਾ ਆ ਉਹਦੀ ਅੱਗਿਓਂ ਇਹ ਜ਼ਿੰਮੇਵਾਰੀ ਹੈ ਕਿ ਉਹ ਚੰਗਾ ਰਵੇ। ਚੰਗਾ ਬਣਾਉਣਾ ਪਰਮੇਸ਼ਵਰ ਦਾ ਕੰਮ ਆ। ਪਰਮੇਸ਼ਵਰ ਸਭ ਕੁਝ ਚੰਗਾ ਬਣਾਉਂਦਾ ਹੈ। ਹੁਣ ਜੋ ਕੁਝ ਉਹਨੇ ਚੰਗਾ ਬਣਾਇਆ ਉਹ ਚੰਗਾ ਰਹਿਣਾ ਚਾਹੀਦਾ। ਸਭ ਜੀਵ ਜੰਤੂ ਜਿੰਨੇ ਵੀ, ਭਾਵੇਂ ਉਹ ਪਾਣੀ ਦੇ, ਭਾਵੇਂ ਉਹ ਰੇਂਗਣ ਵਾਲੇ, ਭਾਵੇਂ ਉਹ ਚੱਲਣ ਵਾਲੇ, ਭਾਵੇਂ ਉਹ ਉੜਨ ਵਾਲੇ, ਜੋ ਕੁਛ ਵੀ ਪਰਮੇਸ਼ਵਰ ਨੇ ਬਣਾਇਆ ਤੇ ਬਣਾ ਕੇ ਵੇਖਿਆ ਤੇ ਕਿਹਾ ਚੰਗਾ ਆ। ਕਿਸੇ ਨੂੰ ਉਹਨੇ ਮਾੜਾ ਨਹੀਂ ਕਿਹਾ। ਲੇਕਿਨ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ, ਉਹ ਸਭ ਕੁਛ ਜਿਹਨੂੰ ਪਰਮੇਸ਼ਵਰ ਨੇ ਆਪ ਐਲਾਨਿਆ ਵੀ ਚੰਗਾ, ਆਪ ਜਿਹਨੂੰ ਪਰਮੇਸ਼ਵਰ ਨੇ ਐਲਾਨਿਆ ਵੀ ਕੀ ਆ, ਉਹ ਚੰਗਾ ਆ। ਜਦੋਂ ਪਾਪ
ਆ ਗਿਆ, ਉਹ ਸਭ ਕੁਝ ਜਿਹੜਾ ਚੰਗਾ ਸੀ ਉਹ ਸਭ ਕੁਝ ਸ਼ਾਪਿਤ ਹੋ ਗਿਆ। ਸ਼ੇਰ ਅੱਜ ਅਸੀਂ ਕਹਿੰਦੇ ਖੁੰਖਾਰ ਜਾਨਵਰ ਆ, ਲੱਕੜ ਬੱਗੇ ਜਿਹੜੇ ਸ਼ੇਰ ਦੇ ਕੋਲੋਂ ਵੀ ਆਪਣਾ ਸ਼ਿਕਾਰ ਖੋਹ ਕੇ ਉਹਦਾ ਲੈ ਜਾਂਦੇ ਆ, ਅਸੀਂ ਕਹਿੰਦੇ ਬੜੇ ਖੁੰਖਾਰ ਆ। ਕਈ ਐਸੇ ਐਸੇ ਹੋਰ ਜਾਨਵਰ ਆ ਜਿਹੜੇ ਆਪਣੇ ਸ਼ਿਕਾਰ ਨੂੰ ਇਦਾਂ ਹੀ ਨਿਗਲ ਜਾਂਦੇ ਆ, ਸੋ ਅਸੀਂ ਕਹਿੰਦੇ ਬੜੇ ਖੁੰਖਾਰ ਆ। ਪਰਮੇਸ਼ਵਰ ਨੇ ਖੁੰਖਾਰ ਨਹੀਂ ਸੀ ਬਣਾਏ। ਜੇ ਖੁੰਖਾਰ ਬਣਾਉਂਦਾ ਫਿਰ ਉਹਨੇ ਕਹਿਣਾ ਨਹੀਂ ਸੀ ਵੀ ਚੰਗਾ ਆ। ਸੋ ਉਸੇ ਤਰ੍ਹਾਂ ਜਿਹੜਾ ਪਰਮੇਸ਼ਵਰ ਨੇ ਬਣਾਇਆ ਉਹ ਚੰਗਾ ਸੀ। ਇਨਸਾਨ ਨੂੰ ਪਰਮੇਸ਼ਵਰ ਨੇ ਲਿਖਿਆ ਸਿੱਧਾ ਬਣਾਇਆ, ਪਰ ਇਹਨੇ ਆਪਣੇ ਲਈ ਬੜੀਆਂ ਯੁਕਤਾਂ ਭਾਲੀਆਂ। ਸੋ ਪਰਮੇਸ਼ਵਰ ਨੇ ਚੰਗਾ ਬਣਾਇਆ, ਪਰਮੇਸ਼ਵਰ ਬੁਰਾ ਬਣਾ ਸਕਦਾ ਹੀ ਨਹੀਂ। ਸਾਨੂੰ ਘੱਟ ਸਮਝ ਹੋਣ ਦਾ ਕਰਕੇ ਸਾਨੂੰ ਲੱਗ ਸਕਦਾ ਹੈ ਕਿ ਆਹ ਚੀਜ਼ ਬੁਰੀ ਹੈ, ਲੇਕਿਨ ਵਚਨ ਦੱਸਦਾ ਕਿ ਪਰਮੇਸ਼ਵਰ ਨੇ ਕੁਝ ਵੀ ਬੁਰਾ ਨਹੀਂ ਬਣਾਇਆ। ਹਰ ਚੀਜ਼ ਨੂੰ ਵੇਖਿਆ ਵੀ ਚੰਗੀ ਹੈ ਤੇ ਉਹਨੂੰ ਆਸ਼ੀਸ਼ ਦਿੱਤੀ। ਉਹ ਸਭ ਕੁਝ ਬਣਾ ਕੇ ਜਦੋਂ ਆਦਮ ਨੂੰ ਬਣਾਇਆ, ਹਵਾ ਨੂੰ ਬਣਾਇਆ, ਤੇ ਉਹਨਾਂ ਨੂੰ ਵੀ ਇਹ ਆਸ਼ੀਸ਼ ਦੇ ਕੇ ਕਿਹਾ, ਵਧੋ ਫਲੋ ਤੇ ਧਰਤੀ ਨੂੰ ਭਰ ਦਿਓ। ਸਭ ਕੁਝ ਚੰਗਾ ਆ। ਚੰਗਾ ਬਣਾਉਣ ਦੇ ਬਾਵਜੂਦ ਪਾਪ ਜਦੋਂ ਆਇਆ, ਧਰਤੀ ਚੰਗੀ ਹੈ, ਲੇਕਿਨ ਖੁਦਾ ਕੀ ਕਹਿੰਦਾ ਹੈ, ਤੇਰੇ ਪਾਪ ਦੇ ਕਾਰਨ ਧਰਤੀ ਸਰਾਪਿਤ ਹੋਈ ਹੈ। ਤੇਰੇ ਪਾਪ ਦੇ ਕਾਰਨ ਹੁਣ ਇਹ ਤੇਰੇ ਲਈ ਕੰਡੇ ਤੇ ਕੰਡਿਆਲੇ ਉਗਾਉਗੀ। ਹੁਣ ਧਰਤੀ ਉਗਾਉਗੀ ਕੀ ਭਲਾ? ਕੰਡੇ ਤੇ ਕੰਡਿਆਲੇ। ਇਹਦਾ ਮਤਲਬ ਜੇ ਸਰਾਪ ਨਾ ਆਉਂਦਾ ਤੇ ਫਿਰ ਉਹ ਕੰਡੇ ਕੰਡਿਆਲੇ ਉਗਾਉਣ ਲਈ ਨਹੀਂ ਸੀ। ਫਿਰ ਉਹ ਹਰ ਚੀਜ਼ ਚੰਗੀ, ਕਿਉਂਕਿ ਜਦੋਂ ਚੰਗਾ ਬਣਾਇਆ ਨਾ ਤੇ ਫਿਰ ਉਹਨੇ ਸਭ ਕੁਝ ਚੰਗਾ ਬਣਾਇਆ, ਤੇ ਚੰਗੇ ਦਾ ਕੰਮ ਆ ਫਿਰ ਅੱਗੇ ਚੰਗੇ ਨੂੰ ਪੈਦਾ ਕਰੇ। ਤੇ ਜੇ ਆਦਮ ਪਾਪ ਨਾ ਕਰਦਾ ਤੇ ਸਭ ਕੁਝ ਚੰਗਾ ਚੰਗਾ ਹੀ ਸੀ, ਤੇ ਫਿਰ ਅੱਜ ਤੱਕ ਸਭ ਕੁਝ ਚੰਗਾ ਚੰਗਾ ਹੀ ਰਹਿਣਾ ਸੀ। ਲੇਕਿਨ ਅਸੀਂ ਕੀ ਦੇਖਦੇ ਹਾਂ? ਆਦਮ ਹਵਾ ਦੇ ਪਾਪ ਦੇ ਕਾਰਨ ਉਹ ਜਿਹੜੇ ਚੰਗੇ ਸੀਗੇ, ਜਿਹੜਾ ਸੱਪ ਸੀ ਉਹ ਚੰਗਾ ਹੀ ਸੀ। ਬੇਸ਼ੱਕ ਉਹਨੂੰ ਲਿਖਿਆ ਗਿਆ ਕਿ ਸੱਪ ਜਿਹੜਾ ਉਹ ਸਾਰੇ ਚੀਜ਼ਾਂ ਨਾਲੋਂ ਚਲਾਕ ਸੀ, ਚਾਤਰ ਸੀ, ਲੇਕਿਨ ਜਦੋਂ ਤੱਕ ਸ਼ੈਤਾਨ ਦੇ ਆਤਮੇ ਨੇ ਉਹਨੂੰ ਆਪਣੇ ਵੱਸ 'ਚ ਲੈ ਕੇ ਉਹਦੇ ਕੋਲੋਂ ਬੁਰਾ ਨਹੀਂ ਕਰਾਇਆ, ਉਨੀ ਦੇਰ ਤੱਕ ਬੇਸ਼ੱਕ ਉਹ ਭਾਵੇਂ ਚਲਾਕ ਜਿਹਾ ਵੀ ਸੀਗਾ, ਪਰ ਫਿਰ ਵੀ ਪਰਮੇਸ਼ਵਰ ਨੇ ਕਿਹਾ ਚੰਗਾ ਹੈ। ਸ਼ੈਤਾਨ ਨੇ ਤੁਹਾਨੂੰ ਇਸ ਕਰਕੇ ਫੜਿਆ ਨਾ ਕਿਉਂਕਿ ਚਲਾਕ ਸੀ। ਸੱਪ ਸਭ ਜੀਵਾਂ ਦੇ ਨਾਲੋਂ ਚਲਾਕ ਸੀ। ਸੋ ਸ਼ੈਤਾਨ ਕਿਹਨੂੰ ਫੜਦਾ ਅੱਜ ਵੀ? ਜਿਹੜਾ ਚਲਾਕ ਹੈ, ਜਿਹੜਾ ਚਲਾਕੀਆਂ ਕਰਦਾ ਹੈ। ਸ਼ੈਤਾਨ ਉਹਨੂੰ ਕੀ ਕਰਦਾ ਭਲਾ? ਸ਼ੈਤਾਨ ਉਹਨੂੰ ਫੜਦਾ ਹੈ। ਸੋ ਸੱਪ ਦੀ ਉਸ ਆਦਤ ਤੇ ਉਹਦੀ ਬਾਰੇ ਲਿਖੀ ਗਈ ਉਸ ਗੱਲ ਨੂੰ ਸਾਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਅਪਣਾ ਲੈਣਾ ਚਾਹੀਦਾ ਹੈ ਔਰ ਰੱਖਣਾ ਚਾਹੀਦਾ, ਔਰ ਇਸ ਗੱਲ ਦੀ ਰਾਖੀ ਰੱਖਣੀ ਚਾਹੀਦੀ ਹੈ ਕਿ ਸ਼ੈਤਾਨ ਹਮੇਸ਼ਾ ਚਲਾਕ ਬੰਦੇ ਨੂੰ ਫਸਾਉਂਦਾ ਹੈ, ਹਮੇਸ਼ਾ। ਔਰ ਵਚਨ 'ਚ ਵੀ ਲਿਖਿਆ, ਜਿਹੜਾ ਚਲਾਕ ਹੈ ਨਾ, ਸ਼ੈਤਾਨ ਨੇ ਤੇ ਉਹਨੂੰ ਫਸਾਉਣਾ ਹੀ ਫਸਾਉਣਾ। ਜਿਹੜਾ ਚਲਾਕੀ ਕਰਦਾ, ਪਰਮੇਸ਼ਵਰ ਵੀ ਉਹਨੂੰ ਉਹਦੇ ਹਾਲਤ ਤੇ ਹੀ ਛੱਡ ਦਿੰਦਾ ਹੈ। ਇਸ ਕਰਕੇ ਲਿਖਿਆ, ਉਹ ਚਤਰਾਈ ਕਰਨ ਵਾਲਿਆਂ ਨੂੰ ਉਹਨਾਂ ਦੀ ਚਤਰਾਈ ਦੇ ਵਿੱਚ ਫਸਾ ਦਿੰਦਾ। ਸੋ ਇਹਦਾ ਮਤਲਬ ਆ ਸਿੱਧਾ ਸਿੱਧਾ ਸ਼ੈਤਾਨ ਵੀ ਚਲਾਕ ਨੂੰ ਇਸਤੇਮਾਲ ਕਰਦਾ ਹੈ। ਪਰਮੇਸ਼ਵਰ ਦੇ ਬਾਰੇ 'ਚ ਲਿਖਿਆ ਵੀ ਉਹ ਚਲਾਕ ਨੂੰ ਉਹਦੀ ਚਲਾਕੀ ਦੇ ਵਿੱਚ ਫਸਾ ਦਿੰਦਾ ਹੈ। ਸੋ ਚਲਾਕ ਆਪਣੀ ਚਲਾਕੀ 'ਚ ਫਸੇਗਾ ਕਿੱਦਾਂ? ਪਰਮੇਸ਼ਵਰ ਹੀ ਉਹਨੂੰ ਫਿਰ ਉਹਦੇ ਹੱਥ 'ਚ ਦੇ ਦਿੰਦਾ, ਕਿਉਂਕਿ ਉਹ ਆਪਣੀ ਬਣਾਈ ਹੋਈ ਚੀਜ਼ ਨੂੰ ਤੇ ਛੂੰਹਦਾ ਨਹੀਂ ਨਾ। ਜੇ ਉਹ ਛੂਹੇ ਫਿਰ ਤੇ ਖਤਮ ਹੋ ਜਾਵੇ, ਨਸ਼ਟ ਹੋ ਜਾਵੇ, ਭਸਮ ਹੋ ਜਾਵੇ। ਸੋ ਪਰਮੇਸ਼ਵਰ ਦੇ ਕੰਮ ਕਰਨ ਦਾ ਵੀ ਕੀ ਹੈ ਭਲਾ? ਇੱਕ
ਤਰੀਕਾ ਹੈ। ਸੋ ਉਸ ਤਰੀਕੇ ਉੱਤੇ ਜਦੋਂ ਅਸੀਂ ਗੌਰ ਕਰਦੇ ਹਾਂ ਤਾਂ ਅਸੀਂ ਪਾਉਂਦੇ ਹਾਂ ਕਿ ਵਚਨ 'ਚ ਲਿਖਿਆ ਸਭੋ ਕੁਛ ਉਸੇ ਦੇ ਦੁਆਰਾ ਲਿਖਿਆ ਗਿਆ। ਕਿਹਦੇ ਦੁਆਰਾ ਬਣਾਇਆ ਗਿਆ? ਸਭੋ ਕੁਛ ਉਸੇ ਦੇ ਦੁਆਰਾ ਰਚਿਆ ਗਿਆ, ਯਾਨੀ ਕਿ ਪ੍ਰਭੂ ਯਿਸੂ ਮਸੀਹ ਦੇ ਦੁਆਰਾ, ਪਰਮੇਸ਼ਵਰ ਦਾ ਜਿਹੜਾ ਸ਼ਬਦ ਸੀ ਉਹਦੇ ਦੁਆਰਾ। ਉਸ ਸ਼ਬਦ ਨੂੰ ਬਾਅਦ ਵਿੱਚ ਅੱਗੇ ਆ ਕੇ ਨਾਮ ਮਿਲਿਆ ਯਿਸੂ ਮਸੀਹ, ਲੇਕਿਨ ਪਹਿਲਾਂ ਉਹਨੂੰ ਅਸੀਂ ਕਿਵੇਂ ਜਾਣਦੇ ਹਾਂ? ਐਜ ਏ ਪਰਮੇਸ਼ਵਰ ਦੇ ਸ਼ਬਦ ਦੇ ਤੌਰ ਦੇ ਉੱਤੇ। ਸਭੋ ਕੁਛ ਉਸੇ ਤੋਂ ਰਚਿਆ ਗਿਆ। ਜਦੋਂ ਸਭ ਕੁਝ ਉਸ ਤੋਂ ਰਚਿਆ ਗਿਆ ਤੇ ਫਿਰ ਰਚਨਾ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਬੁਰੀ ਨਹੀਂ ਗੀ, ਕੁਛ ਵੀ ਬੁਰਾ ਨਹੀਂਗਾ। ਲੇਕਿਨ ਫਿਰ ਵੀ ਅਸੀਂ ਵਚਨ ਦੇ ਵਿੱਚ ਇੱਕ ਨੂੰ ਦੇਖਦੇ ਹਾਂ, ਜਿਹਨੂੰ ਦੁਨੀਆ ਬੁਰਾ ਸਮਝਦੀ ਹੈ। ਲੇਕਿਨ ਕੀ ਪਰਮੇਸ਼ਵਰ ਕਦੀ ਬੁਰਾ ਬਣਾ ਸਕਦਾ? ਨਾ। ਪਰਮੇਸ਼ਵਰ ਕੁਛ ਗਲਤ ਵੀ ਚੀਜ਼ ਅਗਰ ਜਿਹੜੀ ਸਾਨੂੰ ਲੱਗਦੀ ਹੈ ਅਕਲ ਸਾਡੀ ਦੇ ਨਾਲ ਕੁਛ ਗਲਤ ਹੈ, ਪਰਮੇਸ਼ਵਰ ਇੱਕ ਖਾਸ ਯੋਜਨਾ ਦੇ ਤਹਿਤ ਉਹਦੀ ਰਚਨਾ ਕਰਦਾ ਹੈ। ਵਚਨ ਦੇ ਵਿੱਚ ਲਿਖਿਆ ਆ, ਇੱਕ ਘਰ ਦੇ ਵਿੱਚ ਕਈ ਪ੍ਰਕਾਰ ਦੇ ਭਾਂਡੇ ਹੁੰਦੇ, ਕਈ ਪ੍ਰਕਾਰ ਦੇ। ਉਹਨਾਂ ਵਿੱਚ ਕੁਛ ਆਦਰਯੋਗ ਤੇ ਕੁਛ ਨਿਰਾਦਰਯੋਗ। ਕੁਛ ਭਾਂਡੇ ਅਸੀਂ ਕਿਚਨ ਦੇ ਵਿੱਚ ਰੱਖਦੇ ਹਾਂ ਤੇ ਕੁਛ ਭਾਂਡੇ ਅਸੀਂ ਬਾਥਰੂਮ ਦੇ ਵਿੱਚ ਰੱਖਦੇ ਹਾਂ ਤੇ ਕੁਛ ਭਾਂਡੇ ਘਰ ਤੋਂ ਬਾਹਰ ਰੱਖੇ ਹੁੰਦੇ ਆ। ਸੋ ਹੈਗੇ ਭਾਂਡੇ ਹੀ ਆ, ਲੇਕਿਨ ਉਹਨਾਂ ਦੇ ਇਸਤੇਮਾਲ ਦੀ ਗੱਲ ਹੈ। ਉਹ ਇਸਤੇਮਾਲ ਅਸੀਂ ਕਿੱਥੇ ਕਰਦੇ ਹਾਂ? ਤੇ ਉਹ ਇਸਤੇਮਾਲ ਉਹਨਾਂ ਦਾ ਕਰਨਾ ਜਿਹੜਾ ਆ ਉਹ ਫਿਰ ਜਗ੍ਹਾ ਦੇ ਨਾਲ ਰਿਲੇਟਡ ਹੋ ਜਾਂਦਾ ਵੀ ਉਹ ਕਿਹੋ ਜਿਹੀ ਜਗ੍ਹਾ ਤੇ ਰੱਖਿਆ ਗਿਆ। ਹੁਣ ਤੁਸੀਂ ਬਾਥਰੂਮ ਦੇ ਭਾਂਡੇ ਨੂੰ ਲਿਆ ਕੇ ਜਿਹੜਾ ਬਾਥਰੂਮ ਦੇ ਵਿੱਚ ਯੂਜ਼ ਕਰਦੇ, ਬੇਸ਼ੱਕ ਉਹ ਅੰਦਰੋਂ ਉਹਨੂੰ ਕੋਈ ਗੰਦਗੀ ਵੀ ਨਾ ਲੱਗੀ ਹੋਵੇ, ਬੇਸ਼ੱਕ ਤੁਸੀਂ ਉਹਨੂੰ ਬਾਹਰੋਂ ਹੀ ਫੜ ਕੇ ਇਸਤੇਮਾਲ ਕਰਦੇ ਹੋਵੋ, ਪਰ ਜੇ ਤੁਸੀਂ ਸੋਚੋ ਕਿ ਚਲੋ ਮੈਂ ਇਸੇ ਭਾਂਡੇ ਨੂੰ ਚੁੱਕ ਕੇ ਤੇ ਕਿਚਨ ਵਿੱਚ ਜਾ ਕੇ ਤੇ ਪਾਣੀ ਪੀ ਲੈਣਾ, ਤੇ ਮੇਰੇ ਖਿਆਲ ਦੇ ਨਾਲ ਤੁਸੀਂ ਇੰਨੀ ਹੌਸਲਾ, ਇੰਨੀ ਹਿੰਮਤ ਨਹੀਂ ਕਰੋਗੇ। ਕਿਉਂ? ਕਿਉਂਕਿ ਤੁਹਾਨੂੰ ਪਤਾ ਹੈ ਇਹ ਭਾਂਡਾ ਜਿਹੜਾ ਹੈ ਇਹ ਉੱਥੇ ਦੇ ਇਸਤੇਮਾਲ ਦੇ ਲਈ ਹੈ। ਸੋ ਦੇਖਣ ਦੇ ਵਿੱਚ ਉਹ ਬੁਰਾ ਲੱਗ ਸਕਦਾ, ਲੇਕਿਨ ਉਸ ਭਾਂਡੇ ਦੀ ਵੀ ਆਪਣੀ ਇੱਕ ਅਹਿਮੀਅਤ ਹੈ। ਬੇਸ਼ੱਕ ਉਹ ਪਿਆ ਗਲਤ ਜਗ੍ਹਾ ਦੇ ਉੱਤੇ ਹੈ, ਲੇਕਿਨ ਉਹਦੀ ਵੀ ਕੀ ਹੈ ਭਲਾ? ਇੱਕ ਅਹਿਮੀਅਤ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜੋ ਕੁਝ ਪਰਮੇਸ਼ਵਰ ਨੇ ਰਚਿਆ, ਔਰ ਖਾਸ ਕਰਕੇ ਮਨੁੱਖ ਨੂੰ, ਇਹ ਜਿੱਥੇ ਵੀ ਜਿਹੜੀ ਵੀ ਹਾਲਤ 'ਚ ਜਿੱਦਾਂ ਦਾ ਮਰਜ਼ੀ ਪਿਆ ਹੋਵੇ, ਪਰਮੇਸ਼ਵਰ ਦੀ ਯੋਜਨਾ ਦਾ ਇੱਕ ਹਿੱਸਾ ਹੈ। ਇਸੇ ਲਈ ਲਿਖਿਆ ਵਚਨ ਦੇ ਵਿੱਚ, ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਜਿਹੜਾ ਕੋਈ ਉਹਦੇ ਤੇ ਵਿਸ਼ਵਾਸ ਕਰੇ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਸੋ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ, लेकिन वचन 4 में लिखा, उजाले को देखा कि अच्छा है, और परमेश्वर ने उजाले को अंधियारे से अलग किया। मेन काम यह है, क्या रोशनी होवे, रोशनी होगी। रोशनी ने वेख्या चंगी है, अच्छी है, पर एक काम है, अजे अंधकार रोशनी दे विच मिलिया होया है, ਤੇ ਪਰਮੇਸ਼ਵਰ ਉਸ ਅੰਧਕਾਰ ਨੂੰ ਰੋਸ਼ਨੀ ਦੇ ਵਿੱਚ ਦੇਖਣਾ ਚਾਹੁੰਦਾ ਨਹੀਂ। ਜਿਹਦੀ ਜ਼ਿੰਦਗੀ ਦੇ ਲਈ ਪਰਮੇਸ਼ਵਰ ਨੇ ਐਲਾਨ ਕੀਤਾ ਨਾ ਕਿ ਇਹ ਰੋਸ਼ਨ ਹੋਵੇ, ਪਰਮੇਸ਼ਵਰ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਅੰਧਕਾਰ ਨੂੰ ਵੇਖਣਾ ਚਾਹੁੰਦਾ ਨਹੀਂ। ਉਹਨੇ ਜਦੋਂ ਸਾਨੂੰ ਬੁਲਾਇਆ ਤੇ ਆਪਣੇ ਘਰ ਦੇ ਜਨਮ ਲੈਣ ਦਾ ਮੌਕਾ ਦਿੱਤਾ ਨਾ, ਉਹਨੇ ਪੂਰੀ ਰੀਤੀ ਦੇ ਨਾਲ, ਜੂਫੇ ਦੇ ਨਾਲ, ਪੂਰੀ ਰੀਤੀ ਦੇ ਨਾਲ ਉਹਨੇ ਪੂਰੀ ਤਰ੍ਹਾਂ ਕਲੀਨ ਕਰਕੇ ਆਪਣੇ ਘਰ ਦੇ ਵਿੱਚ ਰੱਖਿਆ ਹੈ। ਪੂਰੀ ਤਰ੍ਹਾਂ ਉਹਨੇ ਕੋਈ ਕਸਰ ਰਹਿਣ ਦਿੱਤੀ ਨਹੀਂ। ਉਹਨੇ ਸਿਰਫ ਇਹ ਨਹੀਂ ਕਿਹਾ ਵੀ ਸਾਡੀ ਜੀਵਨ 'ਚ ਰੋਸ਼ਨੀ ਹੋਵੇ ਤੇ ਹੋ ਗਈ। ਜਦੋਂ ਉਹਨੇ ਦੇਖਿਆ ਵੀ ਕੁਛ ਹੈਗਾ ਇੱਧਰ ਉੱਧਰ ਦਾ, ਉਹਨੇ ਪੂਰਾ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਨਾਲ ਪੂਰੀ ਤਰ੍ਹਾਂ ਸ਼ੁੱਧ ਕਰਕੇ ਸਾਨੂੰ ਆਪਣੇ ਕੋਲ ਬਿਠਾਇਆ। ਤੇ ਹੁਣ ਉਹ ਚਾਹੁੰਦਾ ਆ ਇਹਦੇ ਵਿੱਚ ਹਨੇਰਾ ਰਵੇ ਨਾ। ਤੇ ਅਗਲਾ ਕੰਮ ਕੀ ਲਿਖਿਆ ਹੈ ਪੜ੍ਹਦੇ ਹਾਂ ਅਸੀਂ, ਉਹਨੇ ਕਿਹਾ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ। ਫਿਰ ਉਹਨੇ ਉਜਾਲੇ ਨੂੰ ਹਨੇਰੇ ਨਾਲੋਂ ਵੱਖਰਾ ਕੀਤਾ। ਸੋ ਪਿਆਰੇ ਅਜੀਜ਼ੋ,
ਉਹਦੀ ਰਹਿਮਤ ਦੇ ਨਾਲ ਸਾਡੇ ਜੀਵਨ ਦੇ ਵਿੱਚ ਉਜਾਲਾ ਤੇ ਹੋਇਆ, ਪਰ ਅਜੇ ਸਾਡੇ ਨਾਲੋਂ ਬਿਹਤਰ ਪਰਮੇਸ਼ਵਰ ਜਾਣਦਾ ਹੈ ਕਿ ਸਾਡੇ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਅਜੇ ਵੀ ਅੰਧਕਾਰ ਆ। ਇਸ ਅੰਧਕਾਰ ਨੂੰ ਅਸੀਂ ਆਪਣੀ ਅਕਲ, ਆਪਣੀ ਸਮਝ, ਆਪਣੀ ਐਜੂਕੇਸ਼ਨ, ਆਪਣੀ ਪੜ੍ਹਾਈ ਦੇ ਨਾਲ, ਆਪਣੀ ਪ੍ਰਾਰਥਨਾ, ਆਪਣੇ ਰੋਜ਼ਿਆਂ ਦੇ ਨਾਲ ਨਹੀਂ ਕਰ ਸਕਦੇ। ਇਹਦੇ ਲਈ ਤੇ ਪਰਮੇਸ਼ਵਰ ਦੇ ਅੱਗੇ ਸਰੈਂਡਰ ਕਰਨਾ ਪੈਣਾ ਵੀ ਮੈਂ ਨਹੀਂ ਕਰ ਸਕਦਾ, ਤੂੰ ਕਰ। ਫਿਰ ਪਰਮੇਸ਼ਵਰ ਜਦੋਂ ਇਸ ਅੰਧਕਾਰ ਨੂੰ ਸਾਡੇ ਤੋਂ ਪੂਰੀ ਤਰ੍ਹਾਂ ਅਲੱਗ ਕਰਨ ਦੀ ਠਾਣੇਗਾ ਤੇ ਫਿਰ ਇਸ ਅੰਧਕਾਰ ਦੀ ਜ਼ਰੂਰਤ ਨਹੀਂ ਹੈ ਸਾਡੇ ਵਿੱਚ ਰਹਿ ਜਾਵੇ। ਲੇਕਿਨ ਸਮੱਸਿਆ ਕਿੱਥੇ ਆਉਂਦੀ ਹੈ? ਕੁਝ ਲੋਕ ਚਾਹੁੰਦੇ ਨਹੀਂ ਆ ਕਿ ਪਰਮੇਸ਼ਵਰ ਉਹਨਾਂ ਦੇ ਜੀਵਨ ਤੋਂ ਅੰਧਕਾਰ ਨੂੰ ਦੂਰ ਕਰੇ। ਕਿਉਂ? ਕਿਉਂਕਿ ਉਹ ਅੰਧਕਾਰ ਨੂੰ ਹੀ ਰੋਸ਼ਨੀ ਸਮਝ ਬੈਠੇ। ਇਸ ਲਈ ਪਿਛਲੇ ਦਿਨਾਂ 'ਚ ਅਸੀਂ ਸਿੱਖਿਆ ਸੀਗਾ, ਗੌਰ ਕਰ, ਜਿਹਨੂੰ ਤੂੰ ਰੋਸ਼ਨੀ ਸਮਝਦਾ ਹੈ ਕਿਤੇ ਹਨੇਰਾ ਹੀ ਤੇ ਨਹੀਂ। ਹੁਣ ਇਹ ਕੰਮ ਕਿਹਨਾਂ ਦਾ ਹੋ ਗਿਆ ਭਲਾ? ਸਾਡਾ, ਕਿ ਅਸੀਂ ਜਿਹਨੂੰ ਰੋਸ਼ਨੀ ਸਮਝੀ ਬੈਠੇ ਹਾਂ ਕਿਤੇ ਉਹ ਹਨੇਰਾ ਤੇ ਨਹੀਂ। ਇਹ ਜ਼ਿੰਮੇਵਾਰੀ ਸਾਡੀ ਹੈ। ਪਰਮੇਸ਼ਵਰ ਨੇ ਨਹੀਂ ਕੋਈ ਕਸਰ ਛੱਡੀ। ਉਹਨੇ ਤਾਂ ਕਿਹਾ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ। ਫਿਰ ਉਹਨੇ ਵੇਖਿਆ ਵੀ ਉਜਾਲਾ ਚੰਗਾ ਆ, ਫਿਰ ਉਹਨੇ ਅੰਧਕਾਰ ਨੂੰ ਉਹ ਤੋਂ ਵੱਖਰਾ ਕੀਤਾ, ਤੇ ਫਿਰ ਉਹਨੇ ਅੰਧਕਾਰ ਨੂੰ ਰਾਤ ਤੇ ਉਜਾਲੇ ਨੂੰ ਦਿਨ ਕਿਹਾ। ਤੇ ਇਹਨਾਂ ਦੇ ਵਿੱਚ ਇੱਕ ਉਹਨੇ ਗੈਪ ਲਿਆਂਦਾ। ਤੇ ਜਿਹਨੂੰ ਪਰਮੇਸ਼ਵਰ ਨੇ ਆਪ ਦੂਰ ਕੀਤਾ, ਜਿਹਨੂੰ ਪਰਮੇਸ਼ਵਰ ਨੇ ਆਪ ਜਿਹਦੇ ਵਿੱਚ ਗੈਪ ਲਿਆਂਦਾ, ਕਿ ਉਹ ਪਰਮੇਸ਼ਵਰ ਜਿਹਨੇ ਉਜਾਲੇ ਨੂੰ ਦੇਖ ਕੇ ਕਿਹਾ ਵੀ ਚੰਗਾ ਆ, ਉਹ ਹੁਣ ਕਦੇ ਚਾਹੇਗਾ ਕਿ ਇਹ ਅੰਧਕਾਰ ਫਿਰ ਉਹਦੇ ਵਿੱਚ ਪ੍ਰਵੇਸ਼ ਕਰੇ? ਤੇ ਹੁਣ ਜੇ ਕੋਈ ਜਾਣ-ਬੁੱਝ ਕੇ ਉਸ ਅੰਧਕਾਰ ਦੇ ਕੰਮਾਂ ਨੂੰ ਪਿਆਰ ਕਰੇ, ਉਹਨਾਂ ਅੰਧਕਾਰ ਦੀਆਂ ਚੀਜ਼ਾਂ ਨੂੰ ਰੋਸ਼ਨੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ, ਰੋਸ਼ਨੀ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਕਰੇ, ਤੇ ਫਿਰ ਉਹ ਪਰਮੇਸ਼ਵਰ ਦੀ ਯੋਜਨਾ ਦੀ ਮੁਖਾਲਫਤ ਕਰਨ ਵਾਲਾ ਠਹਿਰੇਗਾ। ਤੇ ਪਰਮੇਸ਼ਵਰ ਇਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਇਸ ਲਈ ਵਚਨ 'ਚ ਲਿਖਿਆ ਕਿ ਦੋ ਜਣੇ ਚੱਲਣਗੇ, ਜੇ ਉਹ ਆਪਸ ਵਿੱਚ ਸਹਿਮਤ ਨਾ ਹੋਣ। ਅਸੀਂ ਪ੍ਰੇਮ ਦਾ ਕਈ ਵਾਰੀ ਰੌਲਾ ਪਾਉਂਦੇ ਹਾਂ। ਪ੍ਰੇਮ ਉੱਥੇ ਹੀ ਕਾਮਯਾਬ ਹੋ ਸਕਦਾ ਹੈ ਜਿੱਥੇ ਦੋ ਰੂਹਾਂ ਮਿਲੀਆਂ ਹੋਣ। ਕਹਿੰਦਾ ਬੇਪਰਤੀਤੇ ਦਾ ਪ੍ਰਤੀਤਵਾਨ ਦੇ ਨਾਲ ਕੀ ਮੇਲ, ਅੰਧਕਾਰ ਦਾ ਰੋਸ਼ਨੀ ਦੇ ਨਾਲ ਕੀ ਮੇਲ, ਸੱਚ ਦਾ ਝੂਠ ਦੇ ਨਾਲ ਕੀ ਮੇਲ, ਔਰ ਜਿਹਨੂੰ ਪਰਮੇਸ਼ਵਰ ਨੇ ਧਰਮੀ ਠਹਿਰਾਇਆ ਉਹਦਾ ਗੁਨਾਹਗਾਰ ਦੇ ਨਾਲ ਕੀ ਮੇਲ। ਸੋ ਪ੍ਰੇਮ ਦਾ ਸੰਦੇਸ਼, ਔਰ ਪ੍ਰੇਮ ਹੁਣ ਅਸੀਂ ਸ਼ੈਤਾਨ ਦੇ ਨਾਲ ਥੋੜੀ ਕਰ ਸਕਦੇ ਹਾਂ। ਵਚਨ 'ਚ ਲਿਖਿਆ ਮਾਫ ਕਰੋ, ਹੁਣ ਅਸੀਂ ਸ਼ੈਤਾਨ ਨੂੰ ਥੋੜੀ ਮਾਫ ਕਰ ਸਕਦੇ ਹਾਂ। ਸੋ ਹਰ ਚੀਜ਼ ਦੇ ਇੱਕ ਲੈਵਲ ਨੂੰ ਇਸ ਤਰ੍ਹਾਂ ਲਿਖਿਆ ਵੀ ਤਾਂ ਜੋ ਤੁਸੀਂ ਜਾਣ ਸਕੋ ਕਿ ਕਿੰਨੀ ਉਚਾਈ, ਕਿੰਨੀ ਡੂੰਘਾਈ, ਕਿੰਨੀ ਚੜਾਈ ਹੈ। ਇਹ ਜਾਣਨਾ ਫਿਰ ਸਾਡਾ ਕੰਮ ਹੈ ਨਾ। ਜਦੋਂ ਅਸੀਂ ਉਹਨੂੰ ਜਾਣਾਂਗੇ ਨਾ, ਫਿਰ ਸਾਨੂੰ ਪਤਾ ਲੱਗਦਾ। ਅੱਜ ਜਿਵੇਂ ਮੈਂ ਸ਼ੁਰੂ 'ਚ ਆਪਣੇ ਵੀਰ ਦਾ ਤੁਹਾਨੂੰ ਪੜ੍ਹ ਕੇ ਸੁਣਾਇਆ ਮੈਸੇਜ, ਸੋ ਕਹਿੰਦੇ ਵੀ ਤੁਸੀਂ ਬੁਰਾਈ ਕਰਦੇ ਹੋ, ਤੇ ਮੈਨੂੰ ਤਾਂ ਡਰ ਆ ਵੀ ਕਿਤੇ ਇਹ ਕੱਲ੍ਹ ਨੂੰ ਸਾਡਾ ਭਰਾ ਜਾ ਕੇ ਤੇ ਪੌਲੁਸ ਨੂੰ ਕਿਤੇ ਗਲਤ ਨਾ ਠਹਿਰਾਉਣ ਲੱਗ ਪਵੇ। ਕਿਉਂਕਿ ਕਿੰਨੇ ਲੋਕਾਂ ਦੇ ਪਰਦੇ ਖੋਲੇ ਸੰਤ ਪੌਲੁਸ ਨੇ ਨਾਮ ਲੈ ਲੈ ਕੇ, ਤੇ ਫਿਰ ਕਲੀਸਿਆ ਨੂੰ ਸਾਵਧਾਨ ਕੀਤਾ, ਇਹਨਾਂ ਨੂੰ ਆਪਣੇ ਵਿੱਚ ਵੜਨ ਵੀ ਨਾ ਦਿਓ। ਇਹ ਉਹ ਅੰਧਕਾਰ ਆ ਜਿਹਨੂੰ ਪਰਮੇਸ਼ਵਰ ਨੇ ਰੋਸ਼ਨੀ ਤੋਂ ਵੱਖਰਾ ਕੀਤਾ ਸੀ। ਇਹਨੂੰ ਹੁਣ ਦੁਬਾਰਾ ਆਪਣੇ ਵਿੱਚ ਨਾ ਵੜਨ ਦਿਓ। ਸੋ ਨਾਂ ਲਿਆ ਕਿ ਖੁਦਾ ਦਾ ਦਾਸ ਸੰਤ ਪੌਲੁਸ ਨਾਂ ਲਾ ਕੇ ਦੱਸਦਾ, ਫਲਾਣੇ ਨੇ ਫਲਾਣੀ ਥਾਂ ਤੇ ਮੇਰੇ ਨਾਲ ਆਹ ਕੀਤਾ, ਫਲਾਣੇ ਨੇ ਫਲਾਣੀ ਥਾਂ ਤੇ ਮੇਰੇ ਨਾਲ ਆਹ ਕੀਤਾ। ਇਹ ਕਲੀਸਿਆ ਦੇ ਲਈ ਇਹ ਦੱਸਦਾ ਪਿਆ, ਉਹ ਕਲੰਕ ਹੈ ਕਲੀਸਿਆ ਦੇ ਲਈ। ਇਹ ਲੋਕ ਇਹੋ ਜਿਹਿਆਂ ਤੋਂ ਸਾਵਧਾਨ। ਤੇ ਮੇਰੇ ਖਿਆਲ ਦੇ ਨਾਲ ਬ੍ਰਦਰ ਨੂੰ ਸਮਝਣਾ ਚਾਹੀਦਾ ਕਿ ਅਗਰ ਕੋਈ ਬਾਈਬਲ ਦੇ ਬੰਦੋਬਸਤ ਤੋਂ ਬਾਹਰ ਜਾ ਕੇ ਕੁਛ ਵੀ ਕਰਦਾ ਆ, ਤੇ ਜੇ ਕੋਈ ਖੁਦਾ ਦਾ ਸੇਵਕ ਹੋਣ ਦੇ ਨਾਤੇ ਉਹਦੀ ਵਿਰੋਧਤਾ ਕਰੇ, ਤੇ ਤੁਸੀਂ ਉਹਨੂੰ ਲੇਬਲ ਲਾ ਦਿਓ ਵੀ ਇਹ ਵਿਰੋਧ ਕਰਨ ਵਾਲਾ ਹੀ ਹੈ।
ਤੇ ਮੈਂ ਫਿਰ ਸਮਝਾਂਗਾ ਵੀ ਅਸੀਂ ਤੁਹਾਡੇ ਲਈ ਪ੍ਰਾਰਥਨਾ ਹੀ ਕਰ ਸਕਦੇ ਹਾਂ ਕਿ ਪ੍ਰਭੂ ਤੁਹਾਨੂੰ ਗਿਆਨ ਤੇ ਮੱਤ ਦੇਵੇ, ਤਾਂ ਕਿ ਤੁਸੀਂ ਬਾਈਬਲ ਦੀਆਂ ਸਾਰੀਆਂ ਗੱਲਾਂ ਨੂੰ ਉਸ ਤਰੀਕੇ ਨਾਲ ਸਮਝ ਸਕੋ ਜਿਸ ਤਰੀਕੇ ਨਾਲ ਪਰਮੇਸ਼ਰ ਸਾਨੂੰ ਸਮਝਾਉਣਾ ਚਾਹੁੰਦਾ ਹੈ। ਇਸ ਲਈ ਸੰਤ ਪੌਲੁਸ ਕਹਿੰਦਾ, ਜੇ ਮੈਂ ਮਨੁੱਖਾਂ ਨੂੰ ਖੁਸ਼ ਕਰਦਾ, ਉਸੇ ਪਾਸੇ ਲੱਗਿਆ ਰਹਿੰਦਾ, ਤੇ ਮੈਂ ਪਰਮੇਸ਼ਵਰ ਦਾ ਦਾਸ ਨਾ ਹੁੰਦਾ। ਸੋ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ। ਇਸੇ ਤਰ੍ਹਾਂ ਖੁਦਾ ਦੀ ਅਗਰ ਇੱਛਾ ਹੋਈ, ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿੱਚ ਅਗਰ ਦੇਰੀ ਹੈ, ਤੇ ਅਸੀਂ ਇਸੇ ਤਰ੍ਹਾਂ ਉਹਦੇ ਵਚਨਾਂ ਨੂੰ ਸਿੱਖਦੇ ਰਵਾਂਗੇ, ਕਿਉਂਕਿ ਵਚਨ ਜਿਹੜਾ ਸਿੱਖਿਆ ਹੋਇਆ ਹੋਵੇਗਾ, ਇੱਕ ਗੱਲ ਜਾਣ ਰੱਖੋ, ਵਚਨ ਸਿੱਖਿਆ ਹੋਇਆ ਬੰਦਾ ਅਗਰ ਡਿੱਗ ਵੀ ਪਵੇਗਾ ਤੇ ਪਰਮੇਸ਼ਰ ਉਹਨੂੰ ਉਠਾ ਖੜਾ ਕਰੇਗਾ। ਕਿਵੇਂ? ਕਿਉਂਕਿ ਉਹਦੇ ਅੰਦਰ ਵਚਨ ਆ। ਉਹਨੂੰ ਆਪਣੇ ਡਿੱਗਣੇ ਦਾ ਵੀ ਪਤਾ ਲੱਗ ਜਾਵੇਗਾ, ਆਪਣੇ ਡਿੱਗਣ ਦਾ ਵੀ ਅਹਿਸਾਸ ਹੋ ਜਾਵੇਗਾ, ਉਹਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੋ ਜਾਵੇਗਾ, ਉਹ ਆਪਣੀ ਗਲਤੀ ਨੂੰ ਮੰਨ ਵੀ ਲਵੇਗਾ, ਕਿਉਂਕਿ ਉਹਦੇ ਅੰਦਰ ਸਿੱਖਿਆ ਹੈ ਤੇ ਉਹਨੂੰ ਪਤਾ ਇਹਨੂੰ ਮੰਨ ਲੈਣਾ ਹੀ ਮੇਰੇ ਲਈ ਬਿਹਤਰ ਹੋਵੇਗਾ, ਨਹੀਂ ਤੇ ਮੇਰਾ ਨਾਸ਼ ਹੋਵੇਗਾ। ਤੇ ਵਚਨ 'ਚ ਲਿਖਿਆ, ਅੰਤ ਸਮੇਂ ਦੇ ਵਿੱਚ ਗਿਆਨ ਦੀ ਕਮੀ ਦੇ ਕਾਰਨ ਹੀ ਲੋਕ ਨਾਸ਼ ਹੋਣਗੇ। ਸੋ ਇਸ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਸੀਂ ਗਿਆਨ ਨੂੰ ਸਿੱਖੀਏ, ਕਿਉਂਕਿ ਗਿਆਨ ਜਿਹੜਾ ਨਾ, ਉਹ ਲਿਖਿਆ ਤੈਨੂੰ ਸੰਭਾਲੂਗਾ, ਉਹ ਤੈਨੂੰ ਡਿੱਗਣ ਤੋਂ ਰੋਕੇਗਾ। ਤੇ ਜਿਹਦੇ ਕੋਲ ਹੁਣ ਗਿਆਨ ਹੀ ਹੈ ਨਹੀਂਗਾ, ਉਹ ਤੇ ਫਿਰ ਜੇ ਇੱਕ ਵਾਰੀ ਡਿੱਗ ਪਿਆ ਤੇ ਫਿਰ ਡਿੱਗਿਆ ਰਹੂਗਾ। ਕਿਉਂ? ਕਿਉਂਕਿ ਉਹਨੇ ਗਿਆਨ ਦੇ ਨਾਲ ਵੈਰ ਕੀਤਾ, ਉਹਨੇ ਬੁੱਧ ਦੇ ਨਾਲ ਵੈਰ ਕੀਤਾ, ਉਹਨੇ ਸਮਝ ਦੀਆਂ ਗੱਲਾਂ ਦੇ ਨਾਲ ਵੈਰ ਕੀਤਾ। ਸੋ ਮੁਬਾਰਕ ਕੌਣ ਆ? ਜਿਹੜਾ ਵਚਨ ਦੀ ਸਿੱਖਿਆ ਪਾਉਣ ਦੇ ਵਿੱਚ ਲੱਗਿਆ ਰਹਿੰਦਾ ਹੈ। ਸੋ ਆਪੋ ਆਪਣੇ ਲਈ ਪ੍ਰਾਰਥਨਾ ਕਰਦੇ ਰਹੋ ਕਿ ਖੁਦਾ ਆਪਣੀ ਸਿੱਖਿਆ ਦੇ ਵਿੱਚ ਸਾਨੂੰ ਪਰਿਪੂਰਨ ਕਰੇ, ਤਾਂ ਕਿ ਅਸੀਂ ਸ਼ੈਤਾਨ ਦੀਆਂ ਸਾਰੀਆਂ ਯੁਕਤੀਆਂ ਨੂੰ ਸਮਝੀਏ। ਔਰ ਪ੍ਰਾਰਥਨਾ ਇਹ ਨਾ ਕਰੀਏ, ਪ੍ਰਭੂ ਸ਼ੈਤਾਨ ਸਾਡੇ ਲਾਗੇ ਆਵੇ ਹੀ ਨਾ, ਬਲਕਿ ਗਿਆਨ ਨੂੰ ਉਹਦੇ ਨੂੰ ਇੰਨਾ ਹਾਸਿਲ ਕਰ ਲਓ, ਸਿੱਖਿਆ ਦੇ ਵਿੱਚ ਇੰਨੇ ਨਿਪੁੰਨ ਹੋ ਜਾਓ ਕਿ ਤੁਸੀਂ ਸ਼ੈਤਾਨ ਦੀਆਂ ਸਾਰੀਆਂ ਗੱਲਾਂ ਦਾ ਡਟ ਕੇ ਸਾਹਮਣਾ ਕਰ ਸਕੋ ਤੇ ਉਹਨੂੰ ਹਰਾ ਕੇ, ਸਭ ਕੁਝ ਮੁਕਾ ਕੇ ਪਰਮੇਸ਼ਵਰ ਦੇ ਅੱਗੇ ਨਿਰਦੋਸ਼ ਖੜੇ ਹੋ ਸਕੋ। ਇਸ ਲਈ ਅੱਜ ਜ਼ਰੂਰਤ ਹੈ ਕਲੀਸਿਆ ਦੇ ਲਈ ਕਿ ਉਹਨਾਂ ਨੂੰ ਸਮਝਾਇਆ ਜਾਵੇ ਤੇ ਸਿਖਾਇਆ ਜਾਵੇ ਵੀ ਅਸੀਂ ਸਿੱਧਤਾ ਤੱਕ ਕਿੱਦਾਂ ਪਹੁੰਚ ਸਕਦੇ ਹਾਂ, ਕਿਉਂਕਿ ਜੇ ਸਿੱਧ ਨਾ ਹੋਏ ਤੇ ਸਾਡੀ ਸਾਰੀ ਦੌੜ ਵਿਅਰਥ ਹੈ। ਤੇ ਸਿੱਧ ਪੁਰਸ਼ ਬਣਨ ਦੇ ਲਈ ਪਰਮੇਸ਼ਵਰ ਨੇ ਸਾਨੂੰ ਬੁਲਾਇਆ ਹੈ, ਔਰ ਸਿੱਧ ਬਣਨ ਦੇ ਲਈ ਉਹ ਸਾਡੇ ਨਾਲ ਖੜਾ ਆ। ਯੁੱਗਾਂ ਦੇ ਅੰਤ ਤੱਕ ਕਹਿੰਦਾ ਮੈਂ ਤੁਹਾਡੇ ਕੀ ਹੈ ਭਲਾ, ਨਾਲ ਆ। ਤੇ ਜਦੋਂ ਉਹ ਨਾਲ ਆ, ਜਿਹੜਾ ਸਿੱਧ ਬਣਾ ਸਕਦਾ ਆ, ਤੇ ਫਿਰ ਉਹਦੇ ਨਾਲ ਹੁੰਦਿਆਂ ਹੋਇਆਂ ਵੀ ਜੇ ਅਸੀਂ ਸਿੱਧ ਨਾ ਬਣ ਸਕੇ, ਫਿਰ ਸਾਡੇ ਨਾਲ ਤਰਸਯੋਗ ਕੋਈ ਨਹੀਂ। ਸੋ ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ। ਇਸੇ ਤਰ੍ਹਾਂ ਅਸੀਂ ਵਚਨਾਂ ਨੂੰ ਸਿੱਖਦੇ ਰਵਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨੇਕ ਵਚਨਾਂ ਦੇ ਲਈ, ਜਿੰਨੀਆਂ ਵੀ ਜ਼ਿੰਦਗੀਆਂ ਨੇ ਸੁਣਿਆ। ਖੁਦਾ ਸਮਝ ਔਰ ਬੁੱਧ ਦਾ ਆਤਮਾ ਦੇ, ਤਾਂ ਕਿ ਇਹਨਾਂ ਵਚਨਾਂ ਨੂੰ ਸਮਝ ਸਕਣ ਔਰ ਤੇਰੀ ਯੋਜਨਾ ਨੂੰ ਆਪਣੇ ਅੰਦਰ ਬਿਠਾ ਸਕਣ ਖੁਦਾਵੰਦ। ਔਰ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਹਰ ਮਨੁੱਖ ਸਿੱਧ ਹੋਵੇ, ਤੁਹਾਡੇ ਲੋਕ ਤੁਹਾਡੇ ਵਚਨਾਂ ਦੇ ਉੱਤੇ ਚੱਲਦੇ ਹੋਏ ਸਿੱਧਤਾ ਨੂੰ ਪਾਉਣ ਖੁਦਾਵੰਦ, ਤਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਲੈਣ ਆਵੇ, ਤੁਹਾਡੇ ਲੋਕ ਨਿਰਦੋਸ਼ ਉਹਦੇ ਸਾਹਮਣੇ ਖੜੇ ਹੋ ਸਕਣ ਖੁਦਾਵੰਦ। ਜਿੰਨੇ ਵੀ ਲੋਕਾਂ ਦੀ ਪ੍ਰਾਰਥਨਾ ਦੀ ਰਿਕੁਐਸਟ ਆਈ ਹੈ ਖੁਦਾਵੰਦ, ਉਹਨਾਂ ਸਭਨਾਂ ਲੋਕਾਂ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਣੇ ਖੁਦਾਵੰਦ। ਤੁਸੀਂ ਹਰੇਕ ਜ਼ਿੰਦਗੀ ਨੂੰ ਨਾਮ ਬਨਾਮ ਜਾਣਦੇ ਹੋ ਪਿਆਰੇ ਪ੍ਰਭੂ। ਹਰੇਕ ਜ਼ਿੰਦਗੀ ਦੀ ਹਰੇਕ ਸਮੱਸਿਆ ਤੁਹਾਡੀਆਂ ਅੱਖਾਂ ਦੇ ਅੱਗੇ ਖੁੱਲੀ ਪਈ ਹੈ ਖੁਦਾਵੰਦ। ਇਸ ਕਰਕੇ ਉਹਨਾਂ ਦਾ ਨਾਮ ਲੈ ਕੇ, ਜਾਂ ਉਹਨਾਂ ਦੀ ਬਿਮਾਰੀਆਂ ਪਰੇਸ਼ਾਨੀਆਂ ਦਾ ਨਾਮ ਲੈ ਕੇ ਮੈਂ ਤੇਰਾ ਸੇਵਕ ਹੋਣ ਦੇ ਨਾਤੇ ਨਹੀਂ ਆਖਾਂਗਾ, ਬਲਕਿ ਸਾਰੀਆਂ ਜ਼ਿੰਦਗੀਆਂ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਣਾ ਖੁਦਾਵੰਦ। ਔਰ ਪਿਆਰੇ ਪ੍ਰਭੂ, ਉਹਨਾਂ ਜ਼ਿੰਦਗੀਆਂ ਦੇ ਲਈ ਤੇਰੇ ਵੱਡੇ ਰਹਿਮ ਨੂੰ ਮੰਗ ਲੈਣਾ ਖੁਦਾਵੰਦ। ਤੁਹਾਡਾ ਵਚਨ ਦੱਸਦਾ, ਮੰਗਣ ਤੋਂ ਪਹਿਲਾਂ ਜਾਣਦਾ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਸੋ ਅਸੀਂ ਇਹ ਵਿਸ਼ਵਾਸ ਰੱਖਦੇ ਹਾਂ, ਤੁਸੀਂ ਉਹਨਾਂ ਦੀ ਸਾਰੀਆਂ ਮੁਸ਼ਕਲਾਤਾਂ ਤੋਂ ਵਾਕਫ ਹੋ। ਸੋ ਰਹਿਮ ਕਰੋ ਖੁਦਾਵੰਦ। ਔਰ ਖਾਸ ਕਰਕੇ ਭੈਣ ਅਨੀਤਾ ਨੇ ਜਿਸ ਮਨੁੱਖ ਦੇ ਲਈ ਖੁਦਾਵੰਦ ਪ੍ਰਾਰਥਨਾ ਕਰਨ ਵਾਸਤੇ ਕਿਹਾ, ਜੋ ਕੈਂਸਰ ਤੋਂ ਪੀੜਿਤ ਆ, ਔਰ ਪਿਆਰੇ ਪ੍ਰਭੂ ਜੀ ਦੱਸ ਰਹੇ ਆ ਕਿ ਬੜੀ ਹਾਲਤ ਨਾਜ਼ੁਕ ਆ, ਪਰ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦਾ ਘਰਾਣਾ ਯਕੀਨ ਕਰ ਰਿਹਾ ਹੈ ਕਿ ਤੁਸੀਂ ਰਹਿਮਤ ਕਰ ਸਕਦੇ ਹੋ ਖੁਦਾਵੰਦ। ਸੋ ਉਸ ਜਨ ਨੂੰ ਤੁਹਾਡੇ ਮੁਬਾਰਕ ਫਜਰ ਭਰੇ ਹੱਥਾਂ 'ਚ ਦਿੰਦੇ ਹਾਂ ਖੁਦਾਵੰਦ। ਸਟੇਜ ਤੀਜੀ ਹੋਵੇ, ਚੌਥੀ ਹੋਵੇ, ਭਾਵੇਂ ਆਖਰੀ ਹੋਵੇ, ਤੇ ਭਾਵੇਂ ਡਾਕਟਰਾਂ ਨੇ ਕਹਿ ਦਿੱਤਾ ਹੋਵੇ ਵੀ ਬਸ 2-4 ਸਾਹ ਹੀ ਆ, ਪਰ ਪਿਆਰੇ ਖੁਦਾਵੰਦ ਖੁਦਾ, ਤੁਸੀਂ
ਸਭ ਕੁਝ ਕਰਨ ਦੀ ਕੁਦਰਤ ਰੱਖਦੇ ਹੋ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਲਹੂ ਕੈਂਸਰ ਦੇ ਸਾਰੇ ਅਸਰ ਦੇ ਉੱਤੇ ਖੁਦਾਵੰਦ ਬਹੁਤਾਇਤ ਦੇ ਨਾਲ ਅਸਰ ਕਰੇ ਪਿਆਰੇ ਪ੍ਰਭੂ। ਔਰ ਉਹਦੇ ਲਹੂ ਦੇ ਅੱਗੇ ਕੁਛ ਵੀ ਨਾਮੁਮਕਿਨ ਨਹੀਂ ਹੈ। ਉਹਦਾ ਲਹੂ ਹਰੇਕ ਸਰਾਪ ਨੂੰ ਦੂਰ ਕਰਨ ਦੀ ਕੁਦਰਤ ਰੱਖਦਾ ਹੈ। ਸੋ ਉਸੇ ਲਹੂ ਨੂੰ ਤੁਹਾਡੇ ਉਸ ਬੰਦੇ ਉੱਤੇ ਛਿੜਕ ਦਿੰਦੇ ਆ ਖੁਦਾਵੰਦ। ਉਹਨੂੰ ਨਵੀਂ ਜ਼ਿੰਦਗੀ ਬਖਸ਼ੋ, ਪੂਰੀ ਤੰਦਰੁਸਤੀ, ਪੂਰੀ ਸ਼ਿਫਾ ਦਿਓ ਖੁਦਾਵੰਦ, ਤਾਂ ਕਿ ਉਹ ਘਰਾਣਾ ਇਸ ਮੌਜੇ ਨੂੰ ਦੇਖ ਕੇ ਹੋਰ ਵੀ ਖੁਦਾਵੰਦ ਵਿਸ਼ਵਾਸ ਦੇ ਵਿੱਚ ਦ੍ਰਿੜ ਹੋ ਕੇ ਤੁਹਾਡੇ ਵਚਨਾਂ ਤੇ ਚੱਲਦੇ ਹੋਏ ਤੁਹਾਡੀ ਨਜਾਤ ਨੂੰ ਪਾ ਸਕੇ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ ਆਮੀਨ। ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਸੋ ਇਸੇ ਤਰ੍ਹਾਂ ਅਸੀਂ ਕੱਲ੍ਹ ਮਿਲਾਂਗੇ। ਮੈਂ ਦੱਸਿਆ ਸੀਗਾ ਵੀ ਅਪਡੇਟ ਕਰ ਦਿੱਤਾ ਸੀਗਾ ਕਿ ਬਾਈਬਲ ਕਲਾਸ ਹਰ ਰੋਜ਼ ਨਿਊਯਾਰਕ ਦੇ ਟਾਈਮ ਅਸੀਂ 9:30 ਵਜੇ ਤੇ ਇੰਡੀਆ ਦਾ ਟਾਈਮ 8 ਵਜੇ ਸਵੇਰ। ਨਿਊਯਾਰਕ ਟਾਈਮ ਰਾਤ 9:30 ਵਜੇ, ਇੰਡੀਆ ਦਾ ਟਾਈਮ ਸਵੇਰ 8 ਵਜੇ। ਔਰ ਡੇਟ ਦਾ ਵੀ ਫਰਕ ਹੁੰਦਾ, ਜਿਵੇਂ ਅਗਰ ਅੱਜ ਇੱਥੇ ਮੰਨ ਕੇ ਚਲੋ ਵੀ 18 ਤਰੀਕ ਦੀ ਨਾਈਟ ਆ ਤੇ ਇੰਡੀਆ ਦੇ ਵਿੱਚ ਇੱਕ ਦਿਨ ਅੱਗੇ ਹੁੰਦਾ, ਇਸ ਕਰਕੇ ਉੱਥੇ ਸਵੇਰ 19 ਤਰੀਕ ਦੀ ਸਵੇਰ ਹੁੰਦੀ ਹੈ। ਸੋ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਪ੍ਰਾਰਥਨਾ 'ਚ ਯਾਦ ਰੱਖਣਾ, ਔਰ ਖਾਸ ਕਰਕੇ ਦਿਨ ਬੁਰੇ ਆ ਔਰ ਸਾਰੀਆਂ ਲਿਖਤਾਂ ਪੂਰੀਆਂ ਹੋਣ ਜਾ ਰਹੀਆਂ, ਇਸ ਲਈ ਪ੍ਰਾਰਥਨਾ ਕਰੋ ਕਿ ਲੋਕਾਂ ਨੂੰ ਬਲ ਮਿਲੇ, ਸਿੱਖਿਆ ਵਿੱਚ ਮਜ਼ਬੂਤ ਹੋਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਤਾਂ ਕ੍ਰਿਸਚੈਨਿਟੀ ਦੇ ਅੱਗੇ ਖੜੀਆਂ ਹੋਣ ਵਾਲੀਆਂ, ਉਹਨਾਂ ਦਾ ਡਟ ਕੇ ਮੁਕਾਬਲਾ ਕਰ ਸਕਣ। ਔਰ ਜਿਵੇਂ ਪਰਮੇਸ਼ਵਰ ਨੇ ਸਾਨੂੰ ਸਹਿਣ ਦੇ ਲਈ ਆਖਿਆ ਆ, ਅਸੀਂ ਆਪਣੀ ਸਹਿਣਸ਼ੀਲਤਾ ਨੂੰ ਗੈਰ ਕੌਮਾਂ ਵਿੱਚ ਵਿਖਾਉਂਦੇ ਹੋਏ ਉਹਨਾਂ ਦੇ ਲਈ ਇੱਕ ਨਮੂਨਾ ਬਣ ਸਕੀਏ। ਖੁਦਾ ਤੁਹਾਡੇ ਸਾਰਿਆਂ ਨਾਲ ਹੋਵੇ। ਸਾਰਿਆਂ ਨੂੰ ਜੈ ਮਸੀਹ।